ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਅੱਜ ਦੀਆਂ ਖਾਸ ਖਬਰਾਂ ਤੇ। ਰੂਸ ਤੇ ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਨੂੰ ਲੈ ਕੇ ਭਾਰਤ ਅੰਦਰ ਬੈਠੇ ਆਪਣੇ ਲਾੜਲਿਆਂ ਦਾ ਇੰਤਜ਼ਾਰ ਕਰ ਰਹੇ ਮਾਪਿਆਂ ਦੀ ਚਿੰਤਾ ਵੱਧਦੀ ਜਾ ਰਹੀ ਹੈ। ਉੱਥੇ ਯੂਕਰੇਨ 'ਚ ਫਸੇ ਭਾਰਤੀ ਵਿਦਿਆਰਥੀ ਵੀ ਰੋਜ਼ਾਨਾ ਹੀ ਮੌਤ ਦੇ ਮੂੰਹ 'ਚੋਂ ਨਿਕਲ ਰਹੇ ਹਨ। ਖੰਨਾ ਦੇ ਮਲੋਹ ਰੋਡ ਤੇ ਰਹਿਣ ਵਾਲਾ ਸਨੀ ਕੁਮਾਰ, ਜੋ ਕਿ ਕਰੀਬ 1.5 ਸਾਲ ਪਹਿਲਾਂ MBBS ਕਰਨ ਯੂਕਰੇਨ ਗਿਆ ਸੀ, ਘਰ ਵਾਪਸ ਲਈ ਸਰਕਾਰੀ ਮਦਦ ਦੀ ਉਡੀਕ ਕਰ ਰਿਹਾ ਹੈ। ਸਨੀ ਕੁਮਾਰ ਨੇ ਵੀਡੀਓ ਕਾਲ ਰਾਹੀਂ ਯੂਕਰੇਨ ਦੇ ਹਾਲਾਤ ਦੱਸੇ। ਇਸ ਦੇ ਨਾਲ ਹੀ ਯੂਕਰੇਨ 'ਚ ਫਸੇ ਕੁਝ ਵਿਦਿਆਰਥੀਆਂ ਨੇ ਰੋਮਾਨੀਆ ਪੁੱਜਣ ਤੇ ਭਾਰਤ ਸਰਕਾਰ ਨਾਲ ਰਾਹਤ ਦੀ ਗੱਲ ਕੀਤੀ ਅਤੇ ਵੀਡੀਓ ਰਾਹੀਂ ਦੱਸਿਆ ਕਿ ਉਹ ਖਤਰੇ ਤੋਂ ਬਾਹਰ ਹਨ। क्या नाम है आपका? छोटे लाल। कौन है यूक्रेन में आपका? बेटा मेरा है। कब से गया हुआ है वो? 18 महीना हो गया। तो अब कैसे है हालात वहाँ के? ठीक है, अब तो पहले तो ख़राब था, हूँ तो ठीक है। जो दूसरे देश में चल गया ठीक है वहाँ पर। तो कौन सी स्टडी करने गया था? कथी का डॉक्टरी का MBBS का। तो अब क्या बता रहे हैं वो लोग? देखिए टिकट नहीं मिल रहा अभी। देखो टिकट कब उनका फ़्लाइट हो जाए, आज हो जाए कल हो जाए, मैंने हो जाएगा। कल तो 100% बता रहे हैं। जैसे वहाँ के हालात ख़राब थे तो आपको डर नहीं लग रहा था? डर तो 2-3 दिन तक बहुत डर थे। अब दूसरे देश में चलेगा अब तो कुछ ठीक है। पहले तो 2-3 दिन तक बातें नहीं हुई उनसे। हफड़ा डोपड़ी था, इधर उधर भाग रहे थे, उनसे बातें नहीं हो रही थी। फिर वहाँ से दूसरे देश में गए, फिर वहाँ से बात हो रही है। 2-2 घंटे में बात हो रही है उनसे। तो क्या कह रहे हैं आप? कह रहे हैं देखिए कल चाहे आज फ्लाइट हो जाए चाहे कल फ्लाइट हो जाएगा। तो एक ये बोला जा रहा था कि इंडियन एम्बेसी की तरफ से सपोर्ट नहीं मिल रहा अभी। नहीं सपोर्ट तो पूरी इंडिया तरफ से मिल रही है अपनी। तो क्या कह रहे हैं अब कब तक आने की उम्मीद है? देखिए कल तो कह रहे हैं कल आ जाएंगे, अब कल उधर से फ्लाइट हो जाएगा। अब किस तरह से कौन है लड़का ਜਿਹੜਾ यूक्रेन ਗਿਆ ਸੀ? ਤੇ ਸਾਡੇ ਸਬਜ਼ੀ ਮੰਡੀ ਦੇ ਵਿੱਚ ਛੋਟੇ ਲਾਲ ਜੀ ਨੇ ਉਹਨਾਂ ਦਾ ਬੇਟਾ ਯੂਕਰੇਨ ਦੇ ਵਿੱਚ MBBS ਕਰਨ ਗਿਆ। ਇਹਨਾਂ ਦਾ 26 ਫਰਵਰੀ ਰਾਤ ਨੂੰ ਮੇਰੇ ਨਾਲ ਸੰਪਰਕ ਹੋਇਆ। 27 ਫਰਵਰੀ ਤੋਂ ਲਗਾਤਾਰ ਮੈਂ ਇਹਨਾਂ ਦੇ ਬੇਟੇ ਸਨੀ ਦੇ ਨਾਲ ਇਨ ਟੱਚ ਹਾਂ। ਪਹਿਲਾਂ ਉਹ ਯੂਕਰੇਨ ਦੇ ਹੋਸਟਲ ਦੇ ਵਿੱਚ ਸੀ। ਉੱਥੇ ਉਹਨੇ ਜੋ ਮੈਨੂੰ ਵਿਅਥਾ ਦੱਸੀ ਤਾਂ ਉਹ ਪੋਲੈਂਡ ਬਾਰਡਰ ਦੇ ਉੱਪਰ ਗਈ। ਲਗਭਗ 100 ਬੱਚੇ ਗਏ ਸੀਗੇ ਪੋਲੈਂਡ ਬਾਰਡਰ ਦੇ ਉੱਪਰ। ਯੂਕਰੇਨ ਦੇ ਫੌਜੀਆਂ ਨੇ ਉਹਨਾਂ ਨੂੰ ਵਾਪਸ ਭੇਜਤਾ। ਉਹ ਵਾਪਸ ਪੈਦਲ ਆਪਣੇ ਹੋਸਟਲ ਦੇ ਵਿੱਚ ਗਏ। -7 ਡਿਗਰੀ ਟੈਂਪਰੇਚਰ ਦੇ ਵਿੱਚ ਉਹਨਾਂ ਨੂੰ ਪੈਦਲ ਆਪਣੇ ਹੋਸਟਲ ਵਾਪਸ ਜਾਣਾ ਪਿਆ। ਉਸ ਤੋਂ ਬਾਅਦ ਮੈਂ ਲਗਾਤਾਰ ਉਹਨਾਂ ਨਾਲ ਸੰਪਰਕ ਸੀ। ਮੈਂ ਆਪਣੇ ਜਿਹੜੀ ਇੰਡੀਅਨ NGOs ਨੇ ਪਲੱਸ ਆਪਣੇ ਸਾਡੀ BJP ਦੀ ਸਟੇਟ ਹਾਈ ਕਮਾਂਡ ਆ ਪਲੱਸ ਸਾਡੇ ਜਿਹੜੇ ਮੀਨਾਕਸ਼ੀ ਲੇਖੀ ਜੀ ਵਿਦੇਸ਼ ਮੰਤਰੀ ਆ ਉਹਨਾਂ ਦੇ PA ਮਿਸਟਰ ਪਾਂਡੇ, ਉਹਨਾਂ ਦੇ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਜਿਸ ਤਰ੍ਹਾਂ ਕਰਕੇ ਵੀ ਬਾਰਡਰ ਤੱਕ ਪਹੁੰਚਾਇਆ ਜਾਵੇ। ਲੁਧਿਆਣਾ ਦੇ ਬਹੁ ਚਰਚਿਤ ਇਸੇਵਾਲ ਗੈਂਗ ਰੇਪ ਵਿੱਚ ਅੱਜ ਲੁਧਿਆਣਾ ਦੀ ਅਦਾਲਤ ਵੱਲੋਂ ਅਹਿਮ ਫੈਸਲਾ ਸੁਣਾਉਂਦੇ ਹੋਏ 6 ਦੋਸ਼ੀਆਂ ਨੂੰ ਸਜ਼ਾ ਸੁਣਾਏਗੀ। ACJ ਰਸ਼ਮੀ ਸ਼ਰਮਾ ਦੀ ਅਦਾਲਤ ਨੇ ਇਸ ਮਾਮਲੇ ਦੇ 5 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਯਾਨੀ ਕਿ ਆਜੀਵਨ ਕਾਰਾਵਾਸ ਅਤੇ 1 ਲੱਖ ਰੁਪਏ ਜੁਰਮਾਨਾ ਕੀਤਾ, ਜਦਕਿ 6ਵੇਂ ਨਾਬਾਲਗ ਆਰੋਪੀ ਨੂੰ 20 ਸਾਲ ਦੀ ਸਜ਼ਾ ਤੇ 50,000 ਰੁਪਏ ਜੁਰਮਾਨਾ ਲਗਾਇਆ ਗਿਆ। ਮੇਰਾ ਨਾਮ ਜਸਪ੍ਰੀਤ ਸਿੰਘ ਸਿੱਖੋਂ। ਹਾਂਜੀ, ਫੈਸਲਾ ਸੁਣਾਇਆ ਗਿਆ, ਕਿਸ ਤਰ੍ਹਾਂ ਦੇਖਦੇ ਹੋ ਫੈਸਲੇ ਨੂੰ? ਕਿਸ ਤਰ੍ਹਾਂ ਦੇਖੋ ਅੱਜ 3 ਸਾਲ ਬਾਅਦ ਜਿਹੜਾ ਇਹਨਾਂ ਨੂੰ ਸਜ਼ਾ ਮਿਲੀ ਆ, ਇਤਿਹਾਸਿਕ ਫੈਸਲਾ। ਜਦ ਤੱਕ ਜਿਉਂਦੇ ਆ ਜਦ ਤੱਕ ਜੇਲ੍ਹ 'ਚ ਰਹਿਣਗੇ ਤੇ ਇਸ ਨਾਲ ਫੈਸਲੇ ਨਾਲ ਇੱਕ ਸਕੂਨ ਮਿਲਦਾ, ਪੀੜਤਾਂ ਨੂੰ ਸਕੂਨ ਮਿਲੇਗਾ ਤੇ ਇੱਕ ਉਦਾਹਰਨ ਬਣ ਜਾਏਗੀ ਅੱਗੇ ਵਾਸਤੇ। ਜੋ ਇਦਾਂ ਦਾ ਕੋਈ ਕ੍ਰਾਈਮ ਕਰਦਾ ਤਾਂ 10 ਵਾਰ ਸੋਚੇਗਾ। ਸਰ ਇਹ ਕੋਈ ਹੋਰ ਸਖਤ ਫੈਸਲੇ ਦੀ ਮੰਗ ਕੀਤੀ ਗਈ ਸੀ ਕਿ ਫਾਂਸੀ ਵਗੈਰਾ ਦੀ, ਜਾਂ ਇਹੀ ਫੈਸਲਾ? ਦੇਖੋ ਅਸੀਂ ਤਾਂ ਫਾਂਸੀ ਦੀ ਮੰਗ ਕਰ ਰਹੇ ਸੀ ਵੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਵੇ, ਕਿਉਂਕਿ ਇਹਨਾਂ ਦਾ ਪਹਿਲਾ ਕ੍ਰਾਈਮ ਤਾਂ ਹੈ ਨਹੀਂਗਾ ਇਹ, ਤੇ ਪਤਾ ਨਹੀਂ ਕਿੰਨੇ ਕੁ ਕ੍ਰਾਈਮ ਕਰ ਚੁੱਕੇ ਆ ਇਹ। ਹੁਣ SSP ਜਗਰਾਉਂ ਨੇ ਕਿਹਾ ਸੀਗਾ ਵੀ ਇਹਨਾਂ ਦੇ ਪੁਰਾਣੇ ਜਿਹੜੇ ਇਹਨਾਂ ਨੇ ਆਪਦੇ ਗੁਨਾਹ ਕੀਤੇ ਆ ਉਹਨਾਂ ਦਾ ਅਸੀਂ ਇਨਕੁਆਇਰੀ ਕਰਾਂਗੇ। ਹਾਂਜੀ, ਤੁਸੀਂ ਫੈਸਲੇ ਤੋਂ ਸੰਤੁਸ਼ਟ ਹੋ? ਤੁਸੀਂ ਜਿਹੜਾ ਫੈਸਲਾ ਜਿਹੜਾ ਕੋਰਟ ਵੱਲੋਂ ਸੁਣਾਇਆ ਗਿਆ ਵਾ? ਹਾਂਜੀ ਬਿਲਕੁਲ ਸੰਤੁਸ਼ਟ ਹਾਂ। ਹੁਣ ਸਾਰੀ ਉਮਰ ਲਈ ਜੇਲ੍ਹ 'ਚ ਰਹਿਣਗੇ ਤਾਂ ਥੋੜੀ ਬਹੁਤੀ ਸੰਤੁਸ਼ਟੀ ਹੈ। ਸਰ ਤੁਹਾਨੂੰ ਧਮਕੀਆਂ ਵਗੈਰਾ ਵੀ ਜਿਹੜੀਆਂ ਕਾਫੀ ਦਿੱਤੀਆਂ ਗਈਆਂ? ਧਮਕੀਆਂ ਦੇਖੋ ਇਹਨਾਂ ਨੇ ਬਹੁਤ ਜ਼ੋਰ ਲਾਇਆ ਧਮਕੀਆਂ ਲਾਉਣ ਨੂੰ, ਤੇ ਇਹ ਐਡੇ ਟੁੱਚੇ ਬੰਦੇ ਇਹ ਗੱਲ ਇਹ ਭੁੱਲ ਗਏ ਵੀ ਤੁਸੀਂ ਗੁਨਾਹ ਕਰੀ ਜਾਓਗੇ, ਰੇਪ ਤੇ ਰੇਪ ਕਰੋਗੇ, ਇਹ ਕੋਈ ਤਾਂ ਤੁਹਾਡੇ ਖਿਲਾਫ ਖੜਾ ਹੋਊਗਾ ਨਾ। ਅਤਿਰਿਕਤ ਸੈਸ਼ਨ ਜੱਜ ਰਸ਼ਮੀ ਸ਼ਰਮਾ ਦੀ ਅਦਾਲਤ ਨੇ ਅੱਜ ਬਹੁਚਰਚਿਤ ਈਸੇਵਾਲ ਗੈਂਗ ਰੇਪ ਕੇਸ ਦੇ ਵਿੱਚ ਫੈਸਲਾ ਸੁਣਾਉਂਦੇ ਹੋਏ 5 ਦੋਸ਼ੀਆਂ ਨੂੰ 5 ਆਰੋਪੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਹੜੀ ਕਿ ਉਹਨਾਂ ਨੂੰ ਆਜੀਵਨ ਕਾਰਾਵਾਸ ਹੈ। ਜਦ ਤੱਕ ਉਹਨਾਂ ਦੀ ਮ੍ਰਿਤੂ ਨਹੀਂ ਹੋ ਜਾਂਦੀ ਤਦ ਤੱਕ ਉਹ ਜੇਲ੍ਹ 'ਚ ਹੀ ਰਹਿਣਗੇ। ਜਦਕਿ ਇਹਨਾਂ 'ਚੋਂ ਇੱਕ ਆਰੋਪੀ 6ਵਾਂ ਆਰੋਪੀ ਲਿਆਕਤ ਅਲੀ ਜੁਵੈਨਾਈਲ ਸੀ।
ਇਸ ਕਰਕੇ ਉਹਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਸਾਰੇ ਦੋਸ਼ੀਆਂ ਨੂੰ 1-1 ਲੱਖ ਰੁਪਏ ਜੁਰਮਾਨਾ ਭਰਨ ਦਾ ਆਰਡਰ ਕੋਰਟ ਨੇ ਕੀਤਾ ਹੈ, ਜਿਹੜਾ ਕਿ ਜੁਰਮਾਨਾ ਰਾਸ਼ੀ ਜੋ ਜਮ੍ਹਾਂ ਹੋ ਜਾਏਗੀ ਤਾਂ ਉਹ ਪੀੜਿਤ ਲੜਕੀ ਨੂੰ ਬਤੌਰ ਮੁਆਵਜ਼ਾ ਦਿੱਤੀ ਜਾਏਗੀ ਤੇ ਲਿਆਕਤ ਅਲੀ ਨੂੰ 50,000 ਰੁਪਏ ਜੁਰਮਾਨਾ ਭਰਨ ਦਾ ਆਦੇਸ਼ ਦਿੱਤਾ ਗਿਆ ਤੇ ਉਹ ਜੁਰਮਾਨਾ ਰਾਸ਼ੀ ਵੀ ਪੀੜਿਤ ਲੜਕੀ ਨੂੰ ਮਿਲੇਗੀ ਬਤੌਰ ਮੁਆਵਜ਼ਾ। ਇਸ ਤੋਂ ਇਲਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਉਹਨਾਂ ਨੂੰ ਕੋਈ ਵੀ ਕੰਪਨਸੇਸ਼ਨ ਦਿੰਦੀ ਹੈ ਵਿਕਟਮ ਕੰਪਨਸੇਸ਼ਨ ਸਕੀਮ ਦੇ ਅਧੀਨ ਤੇ ਉਹ ਰਾਸ਼ੀ ਇਸ ਤੋਂ ਇਲਾਵਾ ਹੋਏਗੀ। ਇਹ ਅਦਾਲਤ ਨੇ ਆਪਣੇ ਫੈਸਲੇ ਕਲੀਅਰ ਕਰ ਦਿੱਤਾ ਹੈ। ਸਰ ਅਜੇ ਕੋਈ ਰਾਸ਼ੀ ਦਾ ਕੀਤਾ ਗਿਆ ਫੈਸਲਾ ਵੀ ਕਿੰਨੀ ਦਿੱਤੀ ਜਾਏਗੀ ਇਸ ਸੰਬੰਧੀ? 1-1 ਲੱਖ ਰੁਪਏ ਜੁਰਮਾਨਾ ਪਾਇਆ ਨੇ, 1-1 ਲੱਖ ਰੁਪਏ 1-1 ਲੱਖ ਰੁਪਏ 5 ਆਰੋਪੀਆਂ ਨੂੰ ਜਿਹੜੇ ਦੋਸ਼ੀ ਠਹਿਰਾਏ ਗਏ ਉਹਨਾਂ ਨੂੰ ਜੁਰਮਾਨਾ ਪਾਇਆ, ਉਹੀ 5 ਲੱਖ ਰੁਪਇਆ ਪੀੜਿਤ ਲੜਕੀ ਨੂੰ ਮਿਲੇਗਾ। ਇਸ ਤੋਂ ਇਲਾਵਾ 6ਵੇਂ ਆਰੋਪੀ ਨੂੰ 50,000 ਰੁਪਏ ਜੁਰਮਾਨਾ ਪਾਇਆ ਗਿਆ, ਉਹ ਵੀ ਬਤੌਰ ਮੁਆਵਜ਼ਾ ਹਰਜਾਨਾ ਪੀੜਿਤ ਲੜਕੀ ਨੂੰ ਹੀ ਮਿਲੇਗਾ। ਥੈਂਕ ਯੂ। ਵਿਜ਼ਾਰੋ ਲਰਨਿੰਗ ਪਲੇਟਫਾਰਮ ਵਾਰਾ ਦੇ ਵਿਦਿਆਰਥੀ ਇੱਕ ਅਜਿਹਾ ਰੋਬੋਟ ਤਿਆਰ ਕੀਤਾ ਹੈ ਜਿਹੜਾ ਵਾਈਫਾਈ ਨੈਟਵਰਕ ਦੇ ਮਾਧਿਅਮ ਰਾਹੀਂ ਮਾਨਵ ਰਹਿਤ ਵਾਤਾਵਰਣ ਵਿੱਚ ਕੰਮ ਕਰਦਾ ਹੈ ਤੇ ਇਸ ਦੇ ਬਦਲੇ ਵਿੱਚ ਹਰਸਿਰਜਨ ਸਿੰਘ ਆਹੂਜਾ ਨੂੰ ਇੰਡੀਆ ਬੁੱਕ ਆਫ रिकॉर्डिंग द्वारा लुधियाना द्वारा सम्मानित किया गया। मैं विज रोबो इंस्टीट्यूट रन कर रही हूँ पिछले 6 सालों से और आज बहुत प्राउडली मैं शेयर करना चाह रही हूँ कि हमारा एक स्टूडेंट है हरसिरजन सिंह आहूजा जो कि 7th क्लास स्टैंडर्ड में है। लास्ट 5 सालों से ये मेरे साथ एसोसिएटेड है जहाँ पे ये ट्रेनिंग प्रोग्राम्स ले रहा है। इसका बहुत ही इंटरेस्ट है और सबसे ज़्यादा ये पैशनेट है कि इसको कोई ना कोई ऐसा सोल्यूशन डेवलप करना है जो हमारी कंट्री के लिए हमारी जनता के लिए हेल्पफुल हो सकता है। सो इन सब चीज़ों के ऊपर इसका बहुत इंटरेस्ट है और ये बहुत सारी चीज़ें भी डेवलप करना चाहता है जो आगे जाके हम एक्चुअली उनको यूज़ कर पाएँ, जिनसे हमें कुछ फ़ायदा हो पाए। और इसी दौरान पिछले कुछ सालों से जैसे ये हम रोबोटिक्स बच्चों को सिखाते हैं, यहाँ पे ये हमारे पास ट्रेनिंग ले रहा है, कॉम्पिटिशन्स में जा रहा है जहाँ सिटी स्टेट नेशनल दुबई में हम गए हैं उसको लेके, रशिया लेकर गए हैं। सो कॉम्पिटिशन्स बहुत ज़्यादा विन करता है ये, तो अच्छा इसका पैशन है, इंटरेस्ट है इन चीज़ों में। रोबोट का नाम है UV21। हरसिरजन सिंह। कैसे आया आपके मन में? सो लाइक कोविड चल रहा था तो लाइक इतने ज़्यादा बंदे जा रहे थे हॉस्पिटल में तो बैक्टीरिया इन एंड आउट हो रहा था। सो आई थॉट ऑफ अ रोबोट दैट कुड किल द बैक्टीरिया। सो आई मेड दिस रोबोट। जैसे ये मॉडल तैयार करा दिया, आपको अवार्ड भी मिल गया इसके लिए, तो आगे प्लानिंग क्या रहेगी कि ये इसको प्रैक्टिकल तौर पर ये लोग चीज काम आ सके लोगों के? सो आई वाज थिंकिंग कि मैं इसका पेटेंट करवाऊँ पहले, फिर उसके बाद थोड़ा मतलब मास प्रोडक्शन, फिर उसके बाद सेलिंग। फिर ऑब्वियसली वेरी प्राउड मूवमेंट फॉर अ पेरेंट्स। जब हम बच्चे पे कुछ मेहनत करते हैं और आगे से बच्चे उसको प्रॉपरली वो करते हैं तो ऑब्वियसली पेरेंट्स के लिए बहुत ज़्यादा प्राउड मूवमेंट हो जाती है कि हाँ हमारे बच्चे कुछ कर रहे हैं, आउटशाइन कर रहे हैं अगर इन अ क्राउड। सो इट इज़ रियली वेरी नाइस। आजकल क्या हो रही है, बच्चों के ऊपर ज़्यादा चीज़ें थोपी जा रही हैं, जैसे सर्कुलेशन की तरह भी आपने किसी और बच्चे का देखा तो आप अगर बच्चे के मन में ये चीज़ डाल दी तो आप पेरेंट्स को क्या कहना चाहेंगे कि बच्चे को जिसमें रुचि उसमें ज़्यादा डाला जाए? ऑब्वियसली सर, अगर वो अपनी विश के अकॉर्डिंग जो चीज़ करेंगे उसमें ज़्यादा एक्सेल करेंगे। पेरेंट्स प्रेशराइज करके कितनी देर तक करा सकते हैं? एटलीस्ट जब बच्चे थोड़े से बड़े होंगे या टीन एज में जाएंगे वो ऑब्वियसली पेरेंट्स के अगेंस्ट हो जाएंगे। तो पेरेंट्स को क्या अपील आपकी है? पेरेंट्स को यही अपील है कि गिव देम देयर विंग्स टू फ्लाई। ਅੰਮ੍ਰਿਤਸਰ ਦੀ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿਹੜਾ ਵਾਹੀਕਲ ਚੋਰੀ ਕਰਦਾ ਸੀ ਤੇ ਅੱਗੇ ਸਸਤੇ ਰੇਟਾਂ ਤੇ ਵੇਚ ਦਿੰਦਾ ਸੀ। ਇਸ ਵਾਰ ਬੋਲਦਿਆਂ ਪੁਲਿਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇਹਨਾਂ ਨੂੰ ਕਾਬੂ ਕਰਕੇ 40 ਵਾਹੀਕਲ ਬਰਾਮਦ ਕੀਤੇ ਹਨ। ਉਹਨਾਂ ਇਹ ਵੀ ਦੱਸਿਆ ਕਿ ਇਸ ਗਿਰੋਹ ਵਿੱਚ ਹੋਰ ਵੀ ਕਈ ਲੋਕੀ ਸ਼ਾਮਲ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਜਿਹੜੇ ਅੱਜ ਰਿਕਵਰੀ ਹੋਈ ਸਰਦਾਰ ਸੁਖਚੈਨ ਸਿੰਘ ਜੀ ਗਿੱਲ IPS CP ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ਿਫਟਿੰਗ ਨਾਕੇ ਤੇ ਭੈੜੇ ਪੁਰਸ਼ਾਂ ਦੀ ਚੈਕਿੰਗ ਵਾਸਤੇ ਅਭਿਆਨ ਚਲਾਇਆ ਜਾ ਰਿਹਾ ਸੀ। ਉਹਦੇ ਇੰਚਾਰਜ ਲਾਏ ਸੀ ਅਭਿਮਨਿਊ ਰਾਣਾ ਜੀ IPS ਤੇ ਨਾਲ ਸਾਡੇ SHO ਲਵਪ੍ਰੀਤ ਸੀਗੇ, ਨਾਲ ਇਹਦੀ ਟੀਮ ਸੀ। ਉਹਦੇ ਨਾਲ ਸਾਨੂੰ ਵੱਡੀ ਕਾਮਯਾਬੀ ਮਿਲੀ ਹੈ ਔਰ ਇਹ 4 ਦੋਸ਼ੀ 2 ਮੁਕੱਦਮਿਆਂ 'ਚ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਕੋਲ ਕਰੀਬ 40 ਵਾਹਨ ਅਸੀਂ 2 ਵੀਲਰ ਬਰਾਮਦ ਕੀਤੇ ਆ ਤੇ ਇਹਨਾਂ ਦਾ ਰਿਮਾਂਡ ਜਿਹੜਾ ਅਸੀਂ 3 ਦਿਨ ਦਾ ਲਿਆ ਹੈਗਾ। ਅਗਲੀ ਪੁੱਛਗਿੱਛ ਹੋਰ ਜਿਹੜੇ ਖੁਲਾਸੇ ਹੋਣ ਦੀ ਬੜੀ ਪੂਰੀ ਸੰਭਾਵਨਾ। ਸਰ ਇਹ ਕੌਣ ਲੋਕ ਹੈ, ਕਿਸ ਤਰ੍ਹਾਂ ਚੋਰੀ ਕਰਦੇ ਸੀ, ਕੀ ਇਹਨਾਂ ਨੂੰ ਦੱਸੋ? ਇਹ ਕੁਛ ਜਿਹੜੀ ਰੌਂਗ ਪਾਰਕਿੰਗ ਦੇ ਵਿੱਚ ਵਹੀਕਲ ਖੜੇ ਹੁੰਦੇ ਸੀਗੇ, ਧਾਰਮਿਕ ਸਥਾਨਾਂ ਨੂੰ ਪਿੰਨ ਪੁਆਇੰਟ ਕਰਦੇ ਸੀਗੇ ਔਰ ਅੰਮ੍ਰਿਤਸਰ ਦੇ ਵੱਖ-ਵੱਖ ਸਾਈਡਾਂ ਤੋਂ ਇਹਨੇ ਇਹ ਚੋਰੀ ਕੀਤੇ ਹੋਏ ਸਨ। ਸਰ ਪਹਿਲੇ ਕੇਸ ਕੋਈ ਉਮਰ ਕਿੰਨੀ ਨਾ ਜੀ? ਉਮਰ ਲਗਭਗ ਬੜੀ ਛੋਟੀ ਉਮਰ ਦੇ 20-25 ਸਾਲ ਦੇ ਨੇ
ਤੇ ਆਲਰੇਡੀ ਜੁਰਮ ਪੇਸ਼ਾ ਵਿਅਕਤੀ ਨੇ ਮਤਲਬ ਪਹਿਲੇ ਹੀ ਇਹਨਾਂ ਕੁਝ ਮੁਕੱਦਮੇ ਇਹਨਾਂ ਦੇ ਦਰਜ ਵੀ ਨੇ। 3 ਤੇ ਬਰਵਾਲ ਪਿੰਡ ਦੇ ਨੇ, ਇੱਕ ਸਨਾਪੁਰਾ ਚੁਹਾਰ ਰੋਡ ਅੰਮ੍ਰਿਤਸਰ ਦਾ ਹੈ। ਤੇ ਅੱਗੇ ਜਿਹੜੇ ਹੋਰ ਇਹਨਾਂ ਦੇ ਨਾਲ ਇਹਨਾਂ ਦੇ ਸਾਥੀ ਹੁਣ ਪੁੱਛਗਿੱਛ 'ਚ ਪਤਾ ਲੱਗੇਗਾ ਵੀ ਕਿਹੜੇ ਨੇ, ਕਿਹਨੂੰ ਵੇਚਦੇ ਸੀ, ਕਿਹੜੀ ਜਗ੍ਹਾ ਜਾ ਕੇ ਵੇਚਦੇ ਸੀ, ਕੌਣ ਇਹਨਾਂ ਨਾਲ ਇਨਵੋਲਵ ਹੈਗਾ, ਕਿੱਡਾ ਵੱਡਾ ਗੈਂਗ ਹੈ, ਤੇ 4 ਵੀਲਰ ਵੀ ਚੋਰੀ ਕੀਤੇ ਨੇ ਜਾਂ ਇਹੀ ਨੇ। ਉਹ ਹੁਣ ਨਸ਼ਾ ਕਰਦੇ ਸੀ ਸਾਰੇ। ਹਜੇ ਤੱਕ ਨਸ਼ੇ ਦੀ ਗੱਲ ਕੋਈ ਸਾਹਮਣੇ ਨਹੀਂ ਆਈ, ਲੇਕਿਨ ਉਸ ਪਾਸੇ ਵੀ ਸੋਚਿਆ ਜਾ ਸਕਦਾ। ਇਨਵੈਸਟੀਗੇਸ਼ਨ ਹੋਰ ਵੀ ਖੁਲਾਸਾ ਹੋਣ ਦੀ ਸੰਭਾਵਨਾ ਬਿਲਕੁਲ ਸੰਭਾਵਨਾ ਹੈਗੀ ਹੈ। ਉਹ ਬੜਾ ਵੱਡਾ ਗੈਂਗ ਲੱਗਦਾ ਹੈ ਤੇ ਏਡੀ ਵੱਡੀ ਬਰਾਮਦਗੀ ਹੈ। ਇਹ ਤੇ ਇਹਨੂੰ ਸਲੋ ਨਹੀਂ ਕੀਤਾ ਜਾ, ਤਫਤੀਸ਼ ਨਹੀਂ ਕੀਤਾ ਜਾ। 4 ਮੈਂਬਰ ਇਹ ਹੋਰ ਵੀ ਹੋਣ ਦੀ ਸੰਭਾਵਨਾ ਹੈ। ਬਿਲਕੁਲ ਹੋਰ ਹੋਣ ਦੀ ਸੰਭਾਵਨਾ ਜੀ। ਸਰ ਕੀ ਨਾਮ ਇਹਨਾਂ ਦੇ ਚਾਰਾਂ ਦੇ? ਸੌਰੀ ਡਿਟੇਲ ਚ ਦੱਸੋ। ਇੱਕ ਦਾ ਨਾਂ ਜਸਪਾਲ ਸਿੰਘ ਹੈ, ਦੂਜਾ ਗੁਰਪ੍ਰੀਤ, ਇੱਕ ਪ੍ਰਤਾਪ ਸਿੰਘ ਹੈ ਤੇ ਇੱਕ ਮਲੂਕਾ ਸਿੰਘ ਹੈ। ਸਰ ਇਹਨਾਂ ਮਾਸਟਰਮਾਈਂਡ ਕੌਣ ਹੈ? ਜਿਹੜੀਆਂ ਗੱਡੀਆਂ ਤੱਕ ਚੁੱਕੀਆਂ ਨੇ ਜਾਂ ਸੇਲ ਕੀਤੀਆਂ ਨੇ, ਇਹਨਾਂ ਪ੍ਰਾਪਰਟੀ ਦੇ ਪੈਸੇ ਕਿੱਥੇ ਵਟੇ ਨੇ, ਕੀ ਹਜੇ ਤੱਕ ਅੱਜ ਰਿਮਾਂਡ ਲੈ ਕੇ ਆਂਦਾ ਇਹਨਾਂ ਤੋਂ। ਅਗਲੀ ਪੁੱਛਗਿੱਛ ਅੱਜ ਸ਼ਾਮ ਨੂੰ ਤੇ ਕੱਲ 3 ਦਿਨ ਚੱਲਣੀ ਹੈ। ਉਹਦੇ ਵਿੱਚ ਅਗਲੇ ਸਾਰੇ ਖੁਲਾਸੇ ਹੋ ਜਾਣਗੇ। ਅੱਜ ਤੱਕ ਤਾਂ ਅਸੀਂ ਬਰਾਮਦਗੀ ਕੀਤੀ ਹੈ ਔਰ ਇਹਨਾਂ ਦੀ ਗ੍ਰਿਫਤਾਰੀ ਪਾਈ ਹੈ। ਸਰ ਜਿਹੜੀ ਬਰਾਮਦਗੀ ਇੱਕ ਜਗ੍ਹਾ ਤੋਂ ਵੱਖ-ਵੱਖ ਜਗ੍ਹਾ ਤੋਂ ਕੀਤੀ? ਵੱਖ-ਵੱਖ ਜਗ੍ਹਾ ਤੋਂ ਜਿੱਥੇ ਇਹਨੇ ਸਾਨੂੰ ਦੱਸਿਆ ਹੋਇਆ ਸੀ ਉੱਥੋਂ ਅਸੀਂ ਬਰਾਮਦ ਕੀਤਾ। ਅੱਜ ਵੇਖਣ ਜਾ ਰਿਹਾ ਜੀ ਮੋਟਰਸਾਈਕਲ ਬਹੁਤ ਪੁਰਾਣੇ ਆ ਜਾਂ ਨਵੇਂ ਜ਼ਿਆਦਾ ਚੁੱਕੇ ਪਏ ਨੇ। ਬੇਸਿਕਲੀ ਚੋਰ ਦਾ ਆਪਣਾ ਸੁਭਾਅ ਹੁੰਦਾ, ਜਿੱਦਾਂ ਦੀ ਕੋਈ ਚੀਜ਼ ਉਹਨੂੰ ਮਿਲੀ, ਜਿਹੜਾ ਈਜ਼ੀ ਵੇ ਨਾਲ ਮਿਲਦਾ ਉਹਨੂੰ ਲੈ ਗਏ ਨੇ ਇਕੱਠੀਆਂ ਕਰਕੇ। ਹੁਣ ਇਹਨਾਂ ਦੇ ਮਾਲਕ ਦੇਖਾਂਗੇ ਕਿਹੜੇ ਨੰਬਰ ਨੇ, ਕਿਹੜੀ ਆਰਸੀ ਤੇ ਲੱਗੀ ਨੇ, ਕਈਆਂ ਦੇ ਨੰਬਰ ਹੈ, ਕਈਆਂ ਦੇ ਨਹੀਂ ਹੈ। ਜਿਹਦੇ ਵੀ ਮੁਕੱਦਮੇ ਹੁਣ ਜਿਹੜੇ ਥਾਣੇ ਦੇ ਹੋਣਗੇ ਉਹਨਾਂ ਸਾਰਿਆਂ ਨੂੰ ਹਾਂਜੀ ਉਹਨੂੰ ਦੱਸਾਂਗੇ ਔਰ ਆਪਣੇ ਲੈ ਜਾਣਗੇ। ਠੀਕ ਹੈ, ਇਨਫੋਰਮ ਕਰਾਂਗੇ। ਕਿਸਾਨਾਂ ਦੇ ਭਾਰਤ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਹੈ। ਇਸੇ ਕਰਕੇ ਕਿਸਾਨਾਂ ਦਾ ਦਰਜਾ ਅੰਨਦਾਤਾ ਦੇ ਰੂਪ ਵਿੱਚ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਹਰਿਆਣਾ ਪ੍ਰਦੇਸ਼ ਦੇ ਪ੍ਰਧਾਨ ਰਤਨ ਮਾਨ ਨੇ ਕੀਤਾ। ਉਹ ਅੱਜ ਹਰਿਆਣਾ ਦੇ ਕੈਥਲ ਸ਼ਹਿਰ ਵਿੱਚ ਕਿਸਾਨਾਂ ਦਾ ਸਨਮਾਨ ਕਰਨ ਲਈ ਆਏ ਹੋਏ ਸਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵੱਧ ਮੁਨਾਫਾ ਹੋਵੇ, ਇਸ ਲਈ ਸਮੇਂ-ਸਮੇਂ ਸਿਰ ਸੈਮੀਨਾਰ ਕੈਂਪ ਲਗਾਉਣ ਦੀ ਲੋੜ ਹੈ ਤਾਂ ਜੋ ਕਿਸਾਨਾਂ ਨੂੰ ਨਵੀਂ ਖੇਤੀ ਬਾਰੇ ਜਾਗਰੂਕ ਕੀਤਾ ਜਾ ਸਕੇ ਤੇ ਫਸਲੀ ਚੱਕਰ ਵਿੱਚੋਂ ਬਾਹਰ ਕੱਢਿਆ ਜਾ ਸਕੇ। ਅੱਜ ਪਠਾਨਕੋਟ ਵਿੱਚ ਪੁਰਾਣੀ ਰੰਜਿਸ਼ ਤਹਿਤ ਦੋਸ਼ੀਆਂ ਨੇ ਬਲਾਤਕਾਰ ਵਰਗੀ ਘਟਨਾ ਨੂੰ ਅੰਜਾਮ ਦਿੱਤਾ। ਹੋਰ ਤਾਂ ਹੋਰ ਜਦੋਂ ਪਤੀ ਨੇ ਵਿੱਚ ਬਚਾਅ ਕੀਤਾ ਤਾਂ ਉਸ ਤੇ ਵੀ ਹਮਲਾ ਕਰ ਦਿੱਤਾ ਗਿਆ। ਮਾਮਲਾ ਪਠਾਨਕੋਟ ਦੇ ਪਿੰਡ ਕੋਲੀਆ ਦਾ ਹੈ, ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਰਿਸ਼ਤੇਦਾਰਾਂ ਨੇ ਆਪਣੀ ਬਹੂ ਨੂੰ ਨਿਸ਼ਾਨਾ ਬਣਾਇਆ ਤੇ ਬਲਾਤਕਾਰ ਕਰ ਦਿੱਤਾ। ਬਹਰਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਜੀ ਜਦੋਂ ਮੈਂ ਪੈਲੀ ਚੋਂ ਆਇਆ ਹੀ ਆ ਤੇ ਅੱਗੇ ਦੇਖਿਆ ਤੇ ਜਨਾਨੀ ਦੇ ਕੱਪੜੇ ਪਾੜ ਦਿੱਤੇ ਦੇ ਇਹ ਤੇ ਜਨਾਨੀ ਦੇ ਘੋਲੇ ਪਏ ਦੇ 3-4 ਜਣੇ, ਇੱਕ ਕੇਵਰਾਜ, ਇੱਕ ਹੇਮਰਾਜ, ਇੱਕ ਬਚਨਦਾਸ ਤੇ ਇੱਕ ਨਰਿੰਦਰ ਕੁਮਾਰ। ਇਹ 3-4 ਜਣੇ ਮੇਰੇ ਜਨਾਨੀ ਨਾਲ ਗਲਤ ਕੰਮ ਕਰ ਰਹੇ ਸੀ। ਮੈਂ ਜਦੋਂ ਆਣ ਕੇ ਛਡਾਣੇ ਦੀ ਕੋਸ਼ਿਸ਼ ਕੀਤੀ ਆ, ਇਹਨਾਂ ਮੇਰੇ ਇੱਥੇ ਪੈਰਾਂ 'ਚ ਫੱਟ ਮਾਰੇ ਨੇ ਤੇ ਮੇਰੀ ਬੁਰੀ ਹਾਲਤ ਕਰ ਦਿੱਤੀ ਹੈ। ਮੈਂ ਉੱਥੇ ਬੇਹੋਸ਼ ਹੋ ਗਿਆ। ਮੈਨੂੰ ਨਹੀਂ ਪਤਾ ਕੀ ਬਣਿਆ ਅੱਗੇ ਕੀ ਨਹੀਂ। ਮੈਨੂੰ ਚੁੱਕ ਕੇ ਹਸਪੀਟਲ ਲਿਆਂਦਾ ਗਿਆ। ਠੀਕ ਹੈ, ਕੰਪਲੇਂਟ ਵਗੈਰਾ ਦਿੱਤੀ ਤੁਸੀਂ? ਹਾਂਜੀ ਉਹਨਾਂ ਜਨਾਨੀ ਮੇਰੀ ਗਈ ਆ ਨਰੋਟ ਥਾਣੇ ਦੇ ਵਿੱਚ, ਉੱਥੇ ਕੰਪਲੇਨ ਲਿਖਾਈ ਆ। ਕਹਿੰਦੇ ਜੀ ਤੁਹਾਡਾ ਲੜਾਈ ਮਸਲੇ ਦਾ ਕੰਮ ਹੈ, ਝਗੜੇ ਦਾ, ਕੋਈ ਬਲਤਕਾਰ ਨਹੀਂ, ਕੋਈ ਕੱਖ ਨਹੀਂ। ਸਾਡੀ ਕੋਈ ਨੇ ਸੁਣਾਈ ਨਹੀਂ ਕੀਤੀ ਅਜੇ ਤੱਕ। ਹੁਣ ਕੰਪਲੇਂਟ ਦੇ ਕੇ ਆਏ ਤੁਸੀਂ? ਹਾਂਜੀ ਹੁਣ SSP ਨੂੰ ਕੰਪਲੇਨ ਦੇ ਕੇ ਆਏ ਆ। ਸਾਡਾ ਇਹ ਹਸਪੀਟਲ 'ਚ ਮੈਡੀਕਲ ਨਹੀਂ ਹੋਇਆ। ਝਗੜਾ ਕਿਸ ਗੱਲ ਨੂੰ ਲੈ ਕੇ? ਸਰ ਪੁਰਾਣੀ ਗੱਲ ਸਾਡੀ ਆਪਣੇ ਨਾਂ ਕਿ ਜ਼ਮੀਨ ਦਾ ਝਗੜਾ ਸੀ। ਉਦੋਂ ਦੇ ਸਾਨੂੰ ਆਪਣੇ ਧਮਕੀਆਂ ਦਿੰਦੇ ਰਹੇ। ਕੱਲ ਸਰ ਮੈਂ ਬਰਤਨ ਮਾਂਜਦੀ ਪਈ ਸੀ ਖੁਰੇ 'ਚ। ਮੇਰੇ ਚਾਚੇ ਸਹੁਰੇ ਦਾ ਮੁੰਡਾ ਜਿਹੜਾ ਜੇਠ, ਉਹਨੇ ਮੇਰੇ 3-4 ਜਣੇ ਸੀ। ਇੱਕ ਜਣੇ ਨੇ ਮੇਰੀਆਂ ਬਾਹਾਂ ਫੜੀਆਂ ਤੇ ਜਿਹੜਾ ਬਬਲੂ ਸੀ ਉਹਨੇ ਮੇਰੀ ਸਲਵਾਰ ਪਾੜ ਕੇ ਸਾਰੀ ਮੇਰੇ ਨਾਲ ਗਲਤ ਵਿਵਹਾਰ ਕਰਨਾ ਚਾਹਿਆ। ਕਿਸ ਗੱਲ ਨੂੰ ਲੈ ਕੇ ਗੱਲ ਮੈਨੂੰ ਸਰ ਕੋਈ ਪਤਾ ਨਹੀਂ। ਮੈਂ ਤਾਂ ਕੂੜਾ ਸੁੱਟ ਕੇ ਆ ਕੇ ਮੈਂ ਭਾਂਡੇ ਮਾਂਜਣ ਲੱਗੀ, ਮੈਨੂੰ ਕੋਈ ਗੱਲ ਦਾ ਪਤਾ ਨਹੀਂ। ਕੋਈ ਪੁਰਾਣੀ ਰੰਜਿਸ਼ ਵੀ ਹੈ? ਪੁਰਾਣੀ ਹੋ ਗਈ। SSP ਸਾਹਿਬ ਨੂੰ ਤੁਸੀਂ ਮਿਲੋ, ਕੰਪਲੇਂਟ ਦੇਤੀ ਹੈ ਜੀ? ਹਾਂਜੀ ਹਾਲੇ DSP ਨਹੀਂ ਆਣਾ ਹੈ। कंप्लेंट क्यों दे के आए? SSP अभी कंप्लेनेंट लेडी ने मेरे को एक कंप्लेंट दी है, तो उसकी ड्यूटी लगाई है मैंने। DSP CAW वो उसको एग्जामिन कर रहे हैं, तो जो फैक्ट सामने आएंगे उसके हिसाब से हम कार्रवाई करवा देंगे। ਯੂਕਰੇਨ ਅਤੇ ਰਸ਼ੀਆ ਦੇ ਯੁੱਧ ਵਿੱਚ ਫਸੇ ਵਿਦਿਆਰਥੀਆਂ ਦਾ ਆਪੋ ਆਪਣੇ ਘਰ ਆਉਣ ਜਾਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਬਟਾਲਾ ਦੀ ਰਹਿਣ ਵਾਲੀ ਸਮਾਈਲੀ ਸ਼ਰਮਾ ਵੀ ਅੱਜ ਆਪਣੇ ਘਰ ਪਹੁੰਚੀ। ਜਦੋਂ ਸਮਾਈਲੀ ਆਪਣੇ ਘਰ ਪਹੁੰਚੀ ਤਾਂ ਉਸਦਾ ਅਤੇ ਉਸਦੇ ਪਰਿਵਾਰ ਵਾਲਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਸਮਾਈਲੀ ਆਪਣਾ ਤਜਰਬਾ ਦੱਸਦੇ ਆਖਦੀ ਹੈ ਕਿ ਉਸਨੇ ਲੜਾਈ ਲੱਗਣ ਤੋਂ ਪਹਿਲਾਂ ਹੀ ਘਰ ਵਾਪਸੀ ਦੀਆਂ ਟਿਕਟਾਂ ਕਰਵਾ ਲਈਆਂ ਸਨ, ਪਰ ਐਨ ਮੌਕੇ ਲੜਾਈ ਸ਼ੁਰੂ ਹੋ ਗਈ, ਜਿਸ ਕਾਰਨ ਉਹ ਵਾਪਸ ਨਹੀਂ ਆ ਸਕੀ।
ਉਸਨੇ ਗੋਲੀਬਾਰੀ ਅਤੇ ਬੰਬ ਚੱਲਦੇ ਦੇਖੇ ਤੇ ਇੱਕ ਵਾਰ ਤੇ ਲੱਗਦਾ ਸੀ ਕਿ ਘਰ ਵਾਪਸੀ ਦੀ ਕੋਈ ਉਮੀਦ नहीं है, पर भारत सरकार की मदद नाल वो घर आ गई। में यही चलता था कि बस वापस आनी चाहिए हमारा बच्चा, तो ये सोच के तो नहीं भेजा था कि वॉर में जा रहा है, एक पढ़ने के लिए जा रहा है, बट देयर वाज नैरो एस्केप। वो जैसे ही वापस आया है हम लोगों की जैसे वी वर फुल ऑफ लाइफ, क्वाइट हैप्पी टू लिसन अबाउट व्हेन शी कॉल्ड अस दैट शी इज़ गोइंग टू कम बैक। जब वॉर चल रही थी बेटी से बात होती होगी क्या? एंड इट वाज वेरी वेरी स्ट्रेसफुल, बहुत ही स्ट्रेसफुल था। हम लोग जैसे ओवरनाइट फॉर लास्ट 6 नाइट्स ना हमने प्रॉपर जो है स्लीप नहीं ली। दिस वाज मीन दीज डेज वर क्वाइट स्ट्रेसिंग डेज एंड फुल ऑफ टेंशन, एंड वी वर जस्ट थिंकिंग अबाउट कि बस बच्चे वापस आने चाहिए, हमारे पास आने चाहिए, चाहे जैसे भी हो। एंड वी आर वेरी थैंकफुल टू गॉड। और द नेक्स्ट इज़ गवर्नमेंट ऑफ इंडिया, जिन्होंने हम अच्छे भी नहीं कह सकते, मतलब हमने सफ़र तो बहुत किया है, पर हम एटलीस्ट वापस आ गए तो अब थोड़ा ठीक लग रहा है। जब वॉर शुरू हुई तब क्या हालात थे और जब वॉर शुरू होने के बाद क्या हालात क्या रहे? बॉम्बिंग होती थी, मिसाइल्स छोड़ी जाती थी, एयर स्ट्राइक्स होती थी, शेलिंग्स होती थी, हर टाइम वो रुकते नहीं थे। और जब भी ये न्यूज़ आती थी बोलते थे कि बेसमेंट या मेट्रो में चले जाओ या बंकर्स में चले जाओ, तो हमारा फ्लैट बहुत दूर था मेट्रो से, तो हमें बहुत दिक्कत होती थी वहाँ पे चल के जाना, भाग भाग के, कि कुछ भी हो सकता है बीच में। तो फिर हम एक जगह पे चले गए, बंकर्स में चले गए, जितना सामान था बस हम वही लेके गए थे, और जितना खाना था हमने उसी में गुजारा किया इतने दिनों तक। और लेकिन हमारे दोस्त थे जो एक दूसरे की हेल्प करते थे, सभी एक दूसरे को पूछते थे, कुछ भी हो, पानी हो या खाना हो, लेकिन ऐसा प्रॉपर खाना नहीं, पर ऐसे पैक्ड फूड हम एक दूसरे को पूछ लेते थे। कौन कौन सी मुश्किल का सामना? हम मतलब बाहर नहीं निकल सकते थे, और जो ये स्टोर्स होते हैं खाने वाले, वहाँ पर बहुत लंबी लाइन लगी होती थी। अगर आप खड़े भी हो सकते हो वहाँ पे, तो आपको ये नहीं पता कि आपकी टर्न कब आएगी, तब तक शेलिंग की आवाज़ें आ जाती थी, तो कुछ ले नहीं सकते थे बाहर खाने के लिए। बट स्टिल हमारे वहाँ पे EPO वाले हैं, उन्होंने प्रोवाइड किया जितना हो सकता है, मेट्रो स्टेशन पे दिया, सभी बच्चों को जितना हो सकता था उन्होंने सबकी हेल्प किया है। ਅੱਜ ਰਾਜਪੁਰਾ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ 14ਵਾਂ ਖੇਡ ਮੇਲਾ ਕਰਵਾਇਆ ਗਿਆ। ਇਸ ਮੌਕੇ ਰਾਜਪੁਰਾ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਤਰਲੋਚਨ ਸਿੰਘ, ਚੇਅਰਮੈਨ ਭਾਈ ਅਬਰਿੰਦਰ ਸਿੰਘ ਕੰਗ ਅਤੇ ਹੋਰ ਕਮੇਟੀ ਮੈਂਬਰ ਸ਼ਾਮਲ ਹੋਏ। ਇਸ ਸੰਬੰਧੀ ਗੱਲਬਾਤ ਕਰਦਿਆਂ ਪ੍ਰਿੰਸੀਪਲ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਹਰ ਸਾਲ ਦੀ ਤਰ੍ਹਾਂ ਛੋਟੇ ਅਤੇ ਵੱਡੇ ਬੱਚਿਆਂ ਦੇ ਲਈ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿੱਚ ਰੱਸਾ ਖਿੱਚਣਾ ਅਤੇ ਦੌੜਾਂ ਕਰਵਾਉਣੀਆਂ, चम्मच उपर नींबू रख के दौड़ करवानी, रुमाल चुकना समेत होर खेडां करवाईयां गईयां। उन्होंने दस्सिया कि रस्सा खिंचण विच 10वीं क्लास ने पहला स्थान हासिल किया है। ਅੱਜ ਦਾ ਕੀ ਪ੍ਰੋਗਰਾਮ ਹੈ ਜੀ ਸਕੂਲ ਦੇ ਵਿੱਚ ਕਰਵਾਇਆ ਜਾ ਰਿਹਾ? ਅੱਜ ਮੈਂ ਕੁਲਵੰਤ ਸਿੰਘ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ, ਤੇ ਅੱਜ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਬੱਚਿਆਂ ਦਾ ਜਿਹੜਾ ਆ ਕਰੋਨਾ ਦੇ ਨਿਯਮਾਂ ਨੂੰ ਦੇਖਦੇ ਹੋਏ, ਉਹ ਨਿਯਮਾਂ ਨੂੰ ਪਾਲਣਾ ਕਰਦੇ ਹੋਏ ਅਸੀਂ ਬੱਚਿਆਂ ਦਾ ਜਿਹੜਾ ਖੇਡ ਮੇਲਾ ਹਰ ਸਾਲ ਦੀ ਤਰ੍ਹਾਂ ਜਿਹੜਾ ਕਰਾ ਰਹੇ ਹਾਂ। ਤੇ ਜਿਨ੍ਹਾਂ ਦਾ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਵਿੱਚ ਭਾਗ ਲੈਣਾ, ਉਹਨਾਂ ਦੇ ਮਨ, ਸਰੀਰਕਤਾ, ਉਹਨਾਂ ਦੀ ਤਨ ਸ਼ਕਤੀ ਮਿਲਦੀ ਹੈ, ਨਾਲ ਦੀ ਨਾਲ ਉਹਦਾ ਮਨ, ਅੰਦਰਲਾ ਮਨ ਵੀ ਜਿਹੜਾ ਡਿਵੈਲਪਮੈਂਟ ਜਿਹੜਾ ਹੁੰਦਾ। ਇਸ ਕਾਰਨ ਜਿਹੜਾ ਅਸੀਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਧਿਆਨ ਦੇਣ ਦੀ ਪੂਰਾ ਪ੍ਰੇਰਿਤ ਕਰਦੇ ਹਾਂ, ਤਾਂ ਜੋ ਬੱਚੇ ਜਿਹੜੇ ਆ ਉਹ ਚੰਗੇ ਜਿਹੜੇ ਆ ਆਪਣੇ ਸਰੀਰ ਨੂੰ ਜਿਹੜਾ ਉੱਪਰ ਚੱਕ ਸਕਣ। ਤੇ ਕਿਹੜੀ ਗੇਮਾਂ ਕਰਵਾਈਆਂ ਜਾ ਰਹੀਆਂ? ਅੱਜ ਗੇਮਾਂ ਦੇ ਵਿੱਚ ਬੱਚਿਆਂ ਦੇ ਵਿੱਚ ਬਲੂਮ ਰੇਸ, ਛੋਟੇ ਬੱਚਿਆਂ ਦੀ ਰੇਸ ਜਿਹੜੀ ਆ ਕਰਵਾਈ ਗਈ ਆ, ਰੱਸਾ ਕੱਸੀ ਦੇ ਮੁਕਾਬਲੇ ਕਰਾਏ ਗਏ ਆ, ਤੇ ਉਸ ਤੋਂ ਇਲਾਵਾ ਜਿਹੜਾ ਆ ਉਹ ਬਲੂਮ ਰੇਸ ਦੇ ਨਾਲ ਨਾਲ ਉਹਨਾਂ ਦੇ ਬੱਚਿਆਂ ਨੇ ਜਿਹੜਾ ਆ ਰਿਲੇ ਰੇਸ ਕਰਾਈ ਗਈ ਆ, ਤੇ ਬਾਲ ਰੇਸ ਕਰਾਈ ਗਈ ਆ। ਤੇ ਉਹਨਾਂ ਦੇ ਵਿੱਚ ਜਿਹੜਾ ਆ ਬਲੂਮ ਰੇਸ ਦੇ ਵਿੱਚ ਜਿਹੜਾ ਛੋਟੇ ਬੱਚਾ ਨੀਰਜ ਕੁਮਾਰ ਜਿਹੜਾ ਫਸਟ ਆਇਆ, ਰੱਸਾ ਕੱਸੀ ਦੇ ਵਿੱਚ 10ਵੀਂ ਕਲਾਸ ਨੇ ਜਿਹੜੀ ਆ ਉਹ ਪੋਜੀਸ਼ਨ ਪ੍ਰਾਪਤ ਕੀਤੀ ਆ। ਇਸ ਤਰ੍ਹਾਂ ਵੱਖ-ਵੱਖ ਗੇਮਾਂ ਦੇ ਵਿੱਚ ਜਿਹੜਾ ਬੱਚਿਆਂ ਨੇ ਭਾਗ ਲੈ ਕੇ ਪੋਜੀਸ਼ਨਾਂ ਪ੍ਰਾਪਤ ਕੀਤੀਆਂ। ਵਿਧਾਨ ਸਭਾ ਚੋਣਾਂ ਦੇ ਨਤੀਜੇ ਭਾਵੇਂ 10 ਮਾਰਚ ਨੂੰ ਆਉਣੇ ਹਨ, ਪਰ ਚੁਣਾਵੀ ਰੰਜਿਸ਼ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਗੁਰਦਾਸਪੁਰ ਦੇ ਪਿੰਡ ਰਾਮਨਗਰ ਭੂਣਾ ਵਿਖੇ ਚੋਣਾਂ ਦੀ ਰੰਜਿਸ਼ ਨੂੰ ਲੈ ਕੇ
ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦੇਰ ਰਾਤ ਆਮ ਆਦਮੀ ਪਾਰਟੀ ਦੇ ਵਰਕਰ ਦੇ ਘਰ ਉੱਪਰ ਹਮਲਾ ਕੀਤਾ ਗਿਆ ਅਤੇ ਘਰ ਦੇ ਉੱਪਰ ਪਥਰਾਵ ਕੀਤਾ ਗਿਆ ਅਤੇ ਗੱਡੀ ਦੀ ਵੀ ਭੰਨਤੋੜ ਕੀਤੀ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਹੀ ਕਾਂਗਰਸੀ ਸਰਪੰਚ ਉੱਪਰ ਆਰੋਪ ਲਗਾਏ ਹਨ ਤੇ ਮੌਕੇ ਤੇ ਪਹੁੰਚੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੱਲ ਰਾਤ ਨੂੰ 10:30 ਵਜੇ ਤੋਂ ਅੱਜ ਪਿਛਲੀ ਰਾਤ ਜਿਹੜੀ ਗਈ ਆ ਕੋਈ 10:30 ਵਜੇ ਦੇ ਕਰੀਬ ਕੁਝ ਗੁੰਡੇ ਟਾਈਪ ਦੇ 9-10 ਵਿਅਕਤੀ ਆਏ ਨੇ ਜਿਨ੍ਹਾਂ ਨੇ ਮੂੰਹ ਲਪੇਟੇ ਹੋਏ ਸਨ ਔਰ ਹੱਥਾਂ ਦੇ ਵਿੱਚ ਹਥਿਆਰ ਪਕੜੇ ਹੋਏ ਸਨ। ਜੋ ਅਸੀਂ ਸੀਸੀਟੀਵੀ ਕੈਮਰੇ 'ਚ ਦੇਖਿਆ ਉਹਨਾਂ ਦੇ ਮੁਤਾਬਕ ਇਹਨਾਂ ਦੇ ਘਰ ਦਾ ਨੁਕਸਾਨ ਔਰ ਮੈਨੂੰ ਇਹ ਲੱਗਦਾ ਕਿ ਜਿਵੇਂ ਉਹ ਜਾਨੀ ਨੁਕਸਾਨ ਕਰਨ ਆਏ ਹੁੰਦੇ ਨੇ। ਇਹ ਬਹੁਤ ਮੰਦਭਾਗੀ ਘਟਨਾ ਹੈ ਕਿ ਜੇਕਰ ਕੋਈ ਆਮ ਆਦਮੀ ਪਾਰਟੀ ਦੀ ਸਪੋਰਟ ਕਰਦਾ ਤਾਂ ਇਹ ਜ਼ਰੂਰੀ ਹੈ ਕਿ ਉੱਤੇ ਘਰ ਦੇ ਉੱਤੇ ਕਾਂਗਰਸੀ ਜਿਹੜੇ ਸੱਤਾਧਾਰੀ ਲੋਕ ਨੇ ਜਿਹੜੇ ਉਹ ਹਮਲਾ ਕਰਕੇ ਤੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨ। ਮੈਨੂੰ ਇੰਜ ਲੱਗਦਾ ਕਿ ਜਿਵੇਂ ਬਹੁਤ ਦੇਰ ਤੋਂ ਇਹ ਸੱਤਾਧਾਰੀ ਪਾਰਟੀ ਦਾ ਕਬਜ਼ਾ ਰਿਹਾ ਸ਼ਾਸਨ ਪ੍ਰਸ਼ਾਸਨ ਦੇ ਉੱਤੇ ਔਰ ਉਹ ਲੋਕ ਬਿਨਾਂ ਕਿਸੇ ਪ੍ਰਸ਼ਾਸਨ ਦੀ ਪ੍ਰਵਾਹ ਕੀਤਿਆਂ ਅੱਜ ਵੀ ਆਪਣੀ ਦਹਿਸ਼ਤ ਦਾ ਮਾਹੌਲ ਜਿਹੜਾ ਉਹ ਕ੍ਰੀਏਟ ਕਰ ਰਹੇ ਨੇ ਔਰ ਇਸ ਦਹਿਸ਼ਤ ਨੂੰ ਪਾਉਂਦਿਆਂ ਹੋਇਆਂ ਉਹਨਾਂ ਨੇ ਰਾਤ ਨੂੰ ਲਖਵਿੰਦਰ ਸਿੰਘ ਇਹਨਾਂ ਦੇ ਘਰ ਦੇ ਉੱਤੇ ਇੱਕ ਕਾਤਲਾਨਾ ਹਮਲਾ ਕੀਤਾ ਔਰ ਉਹਨਾਂ ਦੇ ਕੋਲ ਦਾਤਰ ਔਰ ਕਿਰਪਾਨਾਂ ਵਰਗੇ ਜਿਹੜੇ ਜਾਨਲੇਵਾ ਹਥਿਆਰ ਸਨ। ਔਰ ਮੈਂ ਰਾਤ ਨੂੰ ਵੀ ਐਸਐਸਪੀ ਨਾਲ ਮੌਕੇ 'ਤੇ ਗੱਲ ਕੀਤੀ ਕਿ ਕਿਰਪਾ ਕਰਕੇ ਇਹਨਾਂ ਦੇ ਜਿਹੜੀ ਕਾਰਵਾਈ ਕੀਤੀ ਜਾਵੇ। ਮੈਂ ਇਸ ਕਰਕੇ ਸਾਡੇ ਨਾਲ ਰੰਜਿਸ਼ ਰੱਖਦਾ ਹੈ ਕਾਂਗਰਸ ਪਾਰਟੀ ਦਾ ਸਰਪੰਚ ਸੁੱਚਾ ਸਿੰਘ ਆ, ਉਹਨਾਂ ਦਾ ਬੇਟਾ ਹਰਿੰਦਰ ਸਿੰਘ ਵਾ। ਇਹਨਾਂ ਦੀ ਸਾਡੇ ਇਲੈਕਸ਼ਨਾਂ ਦੇ ਦੌਰਾਨ ਇਹ ਸਕੂਲ ਦੇ ਅੰਦਰ ਬੈਠੇ ਹੋਏ ਜੋ ਕਿ ਸੁੱਚਾ ਸਿੰਘ ਦੀ ਇਹਨਾਂ ਦੇ ਗਗਨਦੀਪ ਜਵਾਈ ਦੀ ਵੋਟ ਨਹੀਂ ਹੈਗੀ, ਇਹਨਾਂ ਦੀ ਬੇਟੀ ਦੀ ਨਹੀਂ ਅੰਦਰ ਸਕੂਲ ਦੇ ਅੰਦਰ ਐਂਟਰੀ। ਉੱਥੇ ਉਸ ਟਾਈਮ ਤੇ ਪੁੱਛਣ ਦੇ ਦੌਰਾਨ ਕਿ ਤੁਸੀਂ ਕਿਉਂ ਬੈਠੇ ਜੇ, ਕਿਉਂ ਵੋਟਾਂ ਦੇ ਖਰਾਬ ਕਰ ਲਏ, ਮਾਹੌਲ ਖਰਾਬ ਕਰ। ਇਹਨਾਂ ਨੇ ਸਾਨੂੰ ਬਹੁਤ ਗੰਦੀਆਂ ਗਾਲੀ ਗਲੋਚ ਮੈਨੂੰ ਕੀਤਾ, ਸਾਡੇ ਤੇ ਮਤਲਬ ਕਿ ਹਮਲਾ ਕੀਤਾ, ਹੱਥੋਂ ਪਾਏ। ਮੇਰੇ ਉਸ ਟਾਈਮ ਤੇ ਕੱਪੜੇ ਵੀ ਸਾਰੇ ਫਟੇ ਜੋ ਕਿ ਮੇਰੀ ਉਸ ਟਾਈਮ ਤੇ 2 ਤੋਲੇ ਦੀ ਚੈਨ ਵੀ ਗਵਾਚੀ ਹੋਈ ਆ। ਉਹਦੇ ਤੇ ਕੋਈ ਸਰ ਕਾਰਵਾਈ ਨਹੀਂ, ਉਲਟਾ ਕਿ ਸਾਡੇ ਤੇ ਪਰਚੇ ਕਰਵਾਏ ਗਏ ਆ। ਇਹਨਾਂ ਰਾਤੀ ਇਹਨਾਂ ਨੇ ਆਪਣੇ ਗੁੰਡੇ ਭੇਜੇ ਆ, ਇਹਨਾਂ ਨੇ ਸਾਡੇ ਤੇ ਹਮਲਾ ਕਰਵਾਇਆ। ਅਗਰ ਸਾਡਾ ਗੇਟ ਖੁੱਲਾ ਹੁੰਦਾ ਬੱਚੇ ਬਾਹਰ ਆਉਂਦੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਸਾਡੀਆਂ ਗੱਡੀਆਂ ਭੰਨੀਆਂ ਗਈਆਂ, ਘਰ ਦੇ ਸ਼ੀਸ਼ੇ ਭੰਨੇ ਗਏ ਆ। ਮੇਰੀ ਇਹੀ ਰਿਕਵੈਸਟ ਹੈ ਜੀ, ਇਹ ਕਾਂਗਰਸ ਪਾਰਟੀ ਦੇ ਵਰਕਰ ਨੇ, ਅਸੀਂ ਆਮ ਆਦਮੀ ਪਾਰਟੀ ਦੇ, ਸਾਨੂੰ ਇਹਨਾਂ ਤੋਂ ਖਤਰਾ ਵਾ। ਸਾਡੀ ਸੁਣਵਾਈ ਹੋਵੇ, ਸਾਡੀ ਵੱਧ ਤੋਂ ਵੱਧ ਜਿਹੜੀ ਸੁਣਵਾਈ ਕੀਤੀ ਜਾਵੇ। ਰਾਤ ਨੂੰ 112 ਤੇ ਕਾਲ ਆਈ ਸੀਗੀ ਕਿ ਇੱਥੇ ਕੁਝ ਬੰਦਿਆਂ ਵੱਲੋਂ ਘਰ ਹੈਗਾ ਇੱਥੇ ਰਵਿੰਦਰ ਸਿੰਘ ਦਾ, ਕੁਝ ਬੰਦਿਆਂ ਵੱਲੋਂ ਇਹਦੇ ਘਰ ਤੇ ਪਥਰਾਵ ਕੀਤਾ ਗਿਆ ਤੇ ਗੱਡੀ ਦਾ ਵੀ ਨੁਕਸਾਨ ਪਹੁੰਚਾਇਆ ਗਿਆ। ਤੇ ਰਾਤ ਨੂੰ ਵੀ ਮੌਕਾ ਆ ਕੇ ਵੇਖਿਆ ਸੀਗਾ ਤੇ ਹੁਣ ਸਵੇਰੇ ਦੁਬਾਰਾ ਮੌਕਾ ਆ ਕੇ ਵੇਖਿਆ ਤੇ ਬਿਆਨ ਲਿਖ ਕੇ ਜੋ ਬੰਦੀ ਕਾਰਵਾਈ ਕਰ ਰਹੇ ਆਪਾਂ। ਇਹ ਚੁਣਾਵੀ ਰੰਜਿਸ਼ ਲੈ ਕੇ ਲੜਾਈ ਹੋਈ ਸਰ? ਇਹਦਾ ਸੁਣਨ ਚ ਆਇਆ ਕਿ ਪਹਿਲਾਂ ਵੀ ਹੋਇਆ, ਇਹਦਾ ਪਰਚਾ ਵੀ ਦਰਜ ਹੋਇਆ ਦੋਵਾਂ ਪਾਰਟੀ ਦੇ ਦੇ ਖਿਲਾਫ। ਇਹ ਜੇ ਲਖਵਿੰਦਰ ਸਿੰਘ ਦੇ ਪਰਿਵਾਰ ਦਾ ਕਹਿਣਾ ਕਿ ਇਹ ਜਿਹੜਾ ਕੰਮ ਪਿੰਡ ਦਾ ਕੋਈ ਸਰਪੰਚ ਹੈਗਾ ਉਹਨਾਂ ਨੇ ਕਰਵਾਇਆ ਹੈਗਾ। ਕੀ ਨਾਮ ਸੀ ਨਾ ਇਹਨਾਂ ਨੇ ਇਹ ਦੱਸਿਆ ਨਹੀਂ ਕਲੀਅਰ ਕੀ ਹੈਗਾ, ਕਲੀਅਰ ਕਰ ਲੈਣੇ ਕੀ ਹੈਗਾ ਜਿਹੜੀ ਗੱਲ ਹੈਗੀ। ਉਹ ਆਪਦਾ ਹੈਗਾ, ਕਹਿੰਦੇ ਕਾਂਗਰਸ ਪਾਰਟੀ ਦਾ ਹੈਗਾ ਜੀ ਜਿਹਨੇ ਹਮਲਾ ਕੀਤਾ। ਹਾਂਜੀ ਹਾਂਜੀ। ਕੀ ਕਾਰਵਾਈ ਕੀਤੀ ਹੈ? ਬਿਆਨ ਲਿਖਣੇ ਆਂਦੇ ਜੋ ਬਣਦੀ ਕਾਰਵਾਈ ਕਰਾਂਗੇ ਇੱਥੇ ਆਪਾਂ। ਪਰਿਵਾਰ ਦਾ ਕਹਿਣਾ ਜਾਨੋਂ ਮਤਲਬ ਹਮਲਾ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਸਾਰੀ ਦਰੀ ਗੱਲ ਸਾਹਮਣੇ। ਇਹਦੀ ਸੀਸੀਟੀਵੀ ਕੈਮਰੇ ਚੈੱਕ ਕਰਨ ਦੇ ਆ, ਜੋ ਵੀ ਆਏਗਾ ਤਫਤੀਸ਼ ਉਸ ਚੀਜ਼ ਦਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਗੱਡੀ ਦੀ ਭੰਨਤੋੜ ਵੀ ਕੀਤੀ ਹੈ? ਹਾਂ ਤੁਸੀਂ ਲਿਆ ਫੁਟੇਜ, ਤੁਸੀਂ ਲਈਆਂ ਨੇ, ਭੰਨਤੋੜ ਤੇ ਕੀਤੀ ਗਈ ਹੈ। ਚੁਣਾਵੀ ਰੰਜਿਸ਼ ਲੈ ਕੇ ਸਰ ਹੋਇਆ ਸਰ? ਇਹਨੂੰ ਕਹਿ ਨਹੀਂ ਸਕਦੇ ਕਿ ਚੁਣਾਵੀ ਇਹ ਕੀ ਹੈ। ਚੁਣਾਵ ਤਾਂ ਹੁਣ ਆਇਆ, ਇਹਦੇ ਕਹਿਣ ਦਾ ਮਤਲਬ ਕਿ ਪਹਿਲਾਂ ਵੀ ਇਹਦੀ ਆਪਸ ਵਿੱਚ ਇਹੋ ਜਿਹੀਆਂ ਦਰਖਾਸਤਾਂ ਜਲਦੀਆਂ ਰਹੀਆਂ ਨੇ ਪਹਿਲਾਂ ਵੀ। ਇਸ ਐਕਸੀਡੈਂਟ ਤੋਂ ਪਹਿਲਾਂ ਕਦੋਂ ਲੜਾਈ ਹੋਈ ਇਹਨਾਂ ਦੀ ਆਪਸ ਵਿੱਚ? ਇਲੈਕਸ਼ਨ ਵਾਲੇ ਦਿਨ ਹੋਇਆ ਸੀਗਾ, ਪਰਚਾ ਵੀ ਹੋਇਆ ਦਰਜ ਉਹਦੇ 'ਚ। ਪਰਿਵਾਰ ਵੱਲੋਂ ਦੋਸ਼ ਲਗਾਇਆ ਜਾ ਰਿਹਾ ਕਿ ਇਲੈਕਸ਼ਨ ਦੇ ਉੱਤੇ ਵੀ ਜਿਹੜਾ ਹੈ ਇਹਨਾਂ ਦੀ ਮਦਦ ਨਹੀਂ ਕੀਤੀ ਗਈ, ਉਹ ਦੂਸਰੀ ਪਾਰਟੀ ਦੇ ਪਰਚਾ ਦਰਜ ਕੀਤਾ। ਇਦਾਂ ਦੀ ਕੋਈ ਗੱਲ ਨਹੀਂ ਹੈਗੀ, ਜਿਹਦੀ ਜੋ ਕਾਰਵਾਈ ਪੈਂਦੀ ਜ਼ਰੂਰ ਕਰਾਂਗੇ, ਪਹਿਲਾਂ ਵੀ ਕੀਤੀ ਹੁਣ ਵੀ ਕਰਾਂਗੇ। ਯੂਕਰੇਨ ਤੇ ਰੂਸ ਨੂੰ ਲਗਾਤਾਰ ਕੀਤੇ ਜਾ ਰਹੇ ਹਮਲੇ ਭਿਆਨਕ ਰੂਪ ਧਾਰ ਰਹੇ ਹਨ। ਇਸੇ ਦਰਮਿਆਨ ਯੂਕਰੇਨ 'ਚ ਫਸੇ ਭਾਰਤ ਦੇ ਵਿਦਿਆਰਥੀਆਂ ਵੱਲੋਂ ਲਗਾਤਾਰ ਭਾਰਤ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਯੂਕਰੇਨ 'ਚੋਂ ਸੁਰੱਖਿਅਤ ਬਾਹਰ ਕੱਢਿਆ ਜਾਵੇ। ਆਪਰੇਸ਼ਨ ਗੰਗਾ ਦੇ ਤਹਿਤ ਯੂਕਰੇਨ 'ਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਜਾਰੀ ਹੈ, ਜਿਸ ਦੇ ਤਹਿਤ ਯੂਕਰੇਨ ਤੋਂ ਨਾਪਾ ਪਹੁੰਚੇ ਚੰਦਰ ਅਰੋੜਾ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਮੈਂ ਕੇਂਦਰ ਸਰਕਾਰ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਮੁਫਤ ਵਿੱਚ ਯੂਕਰੇਨ ਤੋਂ ਭਾਰਤ ਜਹਾਜ਼ ਵਿੱਚ ਲਿਆਂਦਾ। ਚੰਦਰ ਅਰੋੜਾ ਦੇ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਪਰਿਵਾਰ ਨੇ ਆਪਣੇ ਲਾਡਲੇ ਪੁੱਤਰ ਦਾ ਮੂੰਹ ਮਿੱਠਾ ਕਰਵਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ। ਉੱਥੋਂ ਪੈਦਲ ਚ ਇੰਡੀਆ ਦਾ ਝੰਡਾ ਹੱਥ ਦੇ ਵਿੱਚ ਐਵੇਂ ਲੈ ਕੇ ਆਏ, ਉੱਥੇ ਫੌਜੀ ਸਾਡੀ ਹੈਲਪ ਕਰ ਰਹੇ ਨੇ ਵੀ ਤੁਸੀਂ ਇੱਧਰ ਜਾਓ। ਅਸੀਂ ਭੱਜ ਕੇ ਉੱਥੋਂ ਨਿਕਲੇ ਆ, ਟ੍ਰੇਨ ਨੂੰ ਮੁਸ਼ਕਿਲ ਨਾਲ ਚੜ੍ਹੇ। ਉਸ ਤੋਂ ਬਾਅਦ ਸਾਡੀ ਯੂਕਰੇਨੀਅਨ ਲੋਕਾਂ ਨੇ ਬਹੁਤ ਹੈਲਪ ਕੀਤੀ। ਇੰਡੀਅਨ ਐਮਬੈਸੀ ਨੇ ਸਾਨੂੰ ਜਗ੍ਹਾ ਦਿੱਤੀ ਰਹਿਣ ਵਾਸਤੇ, ਉਹਨਾਂ ਨੇ ਖਾਣਾ ਖੂਨਾ ਦਿੱਤਾ।
ਪਰ ਬਹੁਤ ਮੁਸ਼ਕਿਲ ਆ ਉੱਥੇ ਰਹਿਣਾ। ਸੁਣਨੇ ਨਾ ਗੋਲੀਆਂ ਚੱਲ ਰਹੀਆਂ ਨੇ, ਆਵਾਜ਼ਾਂ ਆ ਰਹੀਆਂ ਨੇ, ਬੱਚੇ ਪਹਿਲੇ ਸਾਲ ਦੇ ਗਏ ਹੋਏ ਨੇ, ਬਹੁਤ ਮੁਸ਼ਕਿਲ ਆ ਉੱਥੇ ਹੁਣ ਰਹਿਣਾ। ਕਿੰਨੇ ਕੁ ਸਟੂਡੈਂਟ ਨੇ ਉੱਥੇ ਰਹਿ ਗਏ ਪਿੱਛੇ? ਹੁਣ ਉੱਥੇ ਖਾਰਕਿਵ ਦੇ ਵਿੱਚ ਜੇ ਦੇਖਿਆ ਜਾਵੇ ਆਪਣੇ ਤਾਂ 1500 ਤੋਂ 1600 ਖਾਰਕਿਵ ਦੇ ਵਿੱਚ ਹੈ, ਸੁਮੀ ਦੇ ਵਿੱਚ 1400 ਬੱਚਾ ਹੋਇਆ, ਬਾਕੀ ਅਲੱਗ-ਅਲੱਗ ਸਿਟੀ ਦੇ ਵਿੱਚ ਬੱਚਾ ਤਕਰੀਬਨ 4-5000 ਬੱਚਾ ਉੱਥੇ ਇੰਡੀਅਨ ਫਸਿਆ ਹੋਇਆ ਹੈ। ਅੱਜ ਤੁਹਾਡੇ ਨਾਲ ਕਿੰਨੇ ਬੱਚੇ ਆਏ ਨੇ? ਅੱਜ ਸਾਡੇ ਨਾਲ 3 ਫਲਾਈਟਾਂ ਆਈਆਂ ਨੇ, ਉੱਥੇ ਤਾਂ ਤਕਰੀਬਨ 500 ਬੱਚਾ ਆਇਆ ਹੈ ਸਾਡੇ ਨਾਲ, 500-600 ਬੱਚਾ। ਵਧੀਆ ਹੈ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਭਾਰਤ ਗਵਰਨਮੈਂਟ ਵੱਲੋਂ ਜੋ ਗਵਰਨਮੈਂਟ ਵੱਲੋਂ ਤਾਂ ਇਹੀ ਹੈ ਵੀ ਜਿਹੜੇ ਬੱਚੇ ਫਸੇ ਹੋਏ ਨੇ ਬਹੁਤ ਡਰੇ ਹੋਏ ਨੇ, ਕਿਉਂਕਿ ਜਿਹੜੇ ਸਾਰੇ ਸੀਨੀਅਰ ਸੀਗੇ ਉਹ ਨਿਕਲ ਆਏ ਨੇ, ਉਹਨਾਂ ਨੂੰ ਪਤਾ ਵੀ ਕਿਵੇਂ ਜਾਣਾ ਅੱਗੇ। ਜਿਵੇਂ ਮੈਂ 4th ਈਅਰ 'ਚ ਤਾਂ ਮੈਨੂੰ ਮਾੜਾ ਮੋਟਾ ਪਤਾ ਸੀ ਤਾਂ ਮੈਂ ਆਪਣੇ ਆਪ ਨਿਕਲਿਆ। ਜਿਹੜੇ ਫਸਟ ਈਅਰ ਦੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ, ਨਾ ਉਹਨਾਂ ਨੂੰ ਭਾਸ਼ਾ ਆਉਂਦੀ ਹੈ ਨਾ ਕੁਛ ਆਉਂਦਾ, ਤਾਂ ਉਹ ਸਾਰੇ ਉੱਥੇ ਫਸੇ ਹੋਏ ਨੇ, ਡਰੇ ਹੋਏ ਨੇ, ਨਾ ਖਾਣ ਦਾ ਨਾ ਕੁਛ, ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਕੱਢਿਆ ਜਾਵੇ। 1-2 ਸਟੂਡੈਂਟ ਦੀ ਡੈਥ ਵੀ ਹੋਈ ਹੈ ਜਿਵੇਂ ਗੋਲੀ ਲੱਗਣ ਨਾਲ, ਕੀ ਕਹਿਣਾ ਚਾਹੁੰਦੇ? ਹਾਂਜੀ, ਉਹਨਾਂ ਵਾਸਤੇ ਕੁਝ ਨਹੀਂ ਕਹਿ ਸਕਦੇ। ਹੁਣ ਉਹ ਵਿਚਾਰੇ ਗਲਤ ਜਗ੍ਹਾ ਤੇ ਫਸ ਗਏ ਨੇ, ਉਹਨਾਂ ਦੀ ਕੋਈ ਕਿਸਮਤ ਤਾਂ ਪੜਨ ਗਏ ਸੀ, ਉਹਨਾਂ ਦੇ ਘਰ ਦੇ ਤੇ ਕੀ ਬੀਤਰੀ ਹੋਣੀ। ਵਿਚਾਰੇ MBBS ਡਾਕਟਰ ਬਣਨ ਗਏ ਨੇ, ਡਾਕਟਰ ਇਲਾਜ ਕਰਦੇ ਨੇ, ਡਾਕਟਰ ਆਪ ਹੀ ਮਰ ਰਹੇ ਨੇ, ਫਿਰ ਉਹਨਾਂ ਵਾਸਤੇ ਕੀ ਕਹਿ ਸਕਦੇ ਹਾਂ ਆਪਾਂ ਨਾ। ਬਸ ਉਹਨਾਂ ਨੂੰ ਐਵੇਂ ਆ ਵੀ ਜਲਦੀ ਤੋਂ ਜਲਦੀ ਕੱਢਿਆ ਜਾਵੇ। 2 ਜਿਹੜੇ ਮਰ ਗਏ ਉਹਨਾਂ ਲਈ ਬਹੁਤ ਸੈਡ ਹੈ, ਤੇ 2 ਤੋਂ 3 ਨਾ ਹੋ ਜਾਣ। ਇਹ ਆਪਾਂ ਨੂੰ ਬਸ ਕੋਸ਼ਿਸ਼ ਕਰਨੀ ਹੈ ਵੀ 2 ਤੋਂ 3 ਨਾ ਹੋਣ, 4 ਨਾ ਹੋਣ, ਇਹ ਬਚਾਉਣਾ ਆਪਾਂ ਨੇ। ਨਾਲ ਗੱਲ ਤਾਂ ਸਾਡੀ ਹੋ ਰਹੀ ਸੀ ਕਿਉਂਕਿ ਇੰਟਰਨੈਟ ਉਹਨਾਂ ਦਾ ਸੰਪਰਕ ਹੋ ਰਿਹਾ ਸੀ ਸਾਡੇ ਨਾਲ। ਉਹਨਾਂ ਦੀ ਗੱਲਬਾਤ ਤਾਂ ਸਾਡੇ ਨਾਲ ਐ ਹੋਈ ਨਹੀਂ। ਅਸੀਂ 15-20 ਮਿੰਟਾਂ 15-15 ਮਿੰਟਾਂ ਬਾਅਦ ਹਰ ਰੋਜ਼ ਬੱਚੇ ਨਾਲ ਗੱਲ ਕਰਦੇ ਸੀ, ਪਰ ਸਾਡੇ ਬੱਚੇ ਬਹੁਤ ਮੁਸ਼ਕਲ ਨਾਲ ਉੱਥੋਂ ਨਿਕਲੇ। ਲੇਕਿਨ ਵੈਸੇ ਵਾਲਿਆਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਉਹਨਾਂ ਨੇ ਸਾਡੇ ਬੱਚਿਆਂ ਦੀ ਬਹੁਤ ਹੈਲਪ ਕੀਤੀ ਔਰ ਬੱਚੇ ਨੇ ਪੂਰਾ ਸਾਥ ਦਿੱਤਾ ਗਿਆ। ਇਸ ਕਰਕੇ ਸਾਡੇ ਬੱਚੇ ਸਹੀ ਸਲਾਮਤ ਅੱਜ ਸਾਡੇ ਕੋਲੇ ਪਹੁੰਚੇ। ਅਸੀਂ ਭਾਰਤ ਸਰਕਾਰ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਅੱਜ ਸਾਡੇ ਬੱਚਿਆਂ ਦੇ ਨਾਲ ਖੜੇ ਸੀ। ਉਹਨਾਂ ਨੇ ਕੋਈ ਵੀ ਸਾਡੇ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਤਾਂ ਬਹੁਤ ਕੀਤਾ, ਪਰ ਉਹਨਾਂ ਨੇ ਸਾਥ ਵੀ ਬਹੁਤ ਦਿੱਤਾ ਕਿ ਅੱਜ ਸਾਡੇ ਬੱਚੇ ਸਾਡੇ ਕੋਲੇ ਪਹੁੰਚ ਰਹੇ ਆ। ਬੇਟੇ ਤੁਹਾਡੀ ਗੱਲ ਹੁੰਦੀ ਸੀ, ਕਿੱਦਾਂ ਦੇ ਹਾਲਾਤ ਦੱਸਦਾ ਸੀ ਬੇਟਾ? ਬੇਟਾ ਸਾਡੇ ਗੱਲ ਹੁੰਦੀ ਸੀ, ਬੇਟਾ ਕਿ ਅਸੀਂ ਹਾਲਾਤ ਬਹੁਤ ਉੱਥੇ ਖਰਾਬ ਸੀਗੇ, ਇਸ ਕਰਕੇ ਉਹ ਬਹੁਤ ਡਰੇ, ਬਹੁਤ ਸਹਿਮੇ ਹੋਏ ਗੱਲ ਕਰਦੇ ਸੀ। ਹਰ 1 ਮਿੰਟ ਬਾਅਦ ਉੱਥੇ ਬੰਬ ਧਮਾਕੇ ਦੀ ਆਵਾਜ਼ ਆਉਂਦੀ ਸੀ। ਬੱਚਿਆਂ ਦੇ ਦਿਲ ਵਿੱਚ ਇੰਨਾ ਡਰ ਸੀ ਕਿ ਬੱਚਾ ਦੀ ਆਵਾਜ਼ ਕੰਬਦੀ ਸੀ ਜਦੋਂ ਗੱਲ ਕਰਦੇ ਸੀ। ਬੱਚਾ ਤੁਸੀਂ ਭੇਜਿਆ ਸੀ 2018 ਚ ਸਾਡਾ ਬੱਚਾ ਗਿਆ ਸੀਗਾ ਸਟੱਡੀ ਕਰਨ ਵਾਸਤੇ MBBS ਦੀ, ਉਹਨਾਂ ਦਾ 4th ਈਅਰ ਚੱਲ ਰਿਹਾ। ਕਿੰਨਾ ਕੁ ਪੈਸਾ ਖਰਚ ਹੋ ਚੁੱਕਿਆ ਹੁਣ? 90 ਤੋਂ ਸਭ ਤੇ ਬੱਚਿਆਂ ਨੂੰ ਫ੍ਰੀ ਨੇ ਤਕਰੀਬਨ। ਨਹੀਂ, ਇਸ ਬਾਰੇ ਤਾਂ ਹਜੇ ਮੈਂ ਕੁਝ ਨਹੀਂ ਕਹਿ ਸਕਦੀ। ਬੇਟਾ ਹੁਣ ਆ ਰਿਹਾ, ਕਿੰਨੀ ਕੁ ਖੁਸ਼ੀ ਮਹਿਸੂਸ ਕਰ ਰਹੇ? ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ। ਅੱਜ ਮੇਰਾ ਬੱਚਾ ਮੇਰੇ ਕੋਲ ਸਾਹਮਣੇ ਆ ਰਿਹਾ ਔਰ ਮੈਂ ਬਿਆਨ ਵੀ ਨਹੀਂ ਕਰ ਸਕਦੀ ਕਿ ਅੱਜ ਮੇਰੇ ਦਿਲ ਵਿੱਚ ਕੀ ਹੋ ਰਿਹਾ ਹੈ। ਯੂਕਰੇਨ ਵਿੱਚ ਫਸੇ ਬੱਚਿਆਂ ਨੂੰ ਭਾਰਤ ਸਰਕਾਰ ਵੱਲੋਂ ਲਗਾਤਾਰ ਮਿਸ਼ਨ ਗੰਗਾ ਦੇ ਤਹਿਤ ਵਾਪਸ ਲਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਦੇਰ ਰਾਤ ਕੱਲ ਜਲੰਧਰ ਦਾ ਰਹਿਣ ਵਾਲਾ ਕਰਨ ਕਿਸ਼ੋਰ ਨਾਮ ਦਾ ਵਿਦਿਆਰਥੀ ਆਪਣੇ ਘਰ ਵਾਪਸ ਆਇਆ, ਜਿਸ ਦੇ ਚੱਲਦੇ ਮਾਪਿਆਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ। ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਪੁੱਤਰ ਨੂੰ ਵੇਖ ਕੇ ਕਾਫੀ ਖੁਸ਼ੀ ਹੋ ਰਹੀ ਹੈ, ਪਰ ਅਸਲ ਖੁਸ਼ੀ ਉਦੋਂ ਸਾਹਮਣੇ ਆਵੇਗੀ ਜਦੋਂ ਯੂਕਰੇਨ ਵਿੱਚ ਹੋਰ ਫਸੇ ਹੋਏ ਵਿਦਿਆਰਥੀ ਵੀ ਘਰ ਵਾਪਸ ਪਰਤਣਗੇ। ਜਦੋਂ ਖਾਰਕਿਵ ਛੱਡਿਆ ਸੀ, ਜਦੋਂ ਅਸੀਂ 에ਅਰਪੋਰਟ ਟ੍ਰੇਨ ਸਟੇਸ਼ਨ ਤੇ ਪਹੁੰਚ ਗਏ ਸੀ ਉੱਥੇ ਖਾਰਕਿਵ ਵਿੱਚ, ਉਸ ਤੋਂ ਬਾਅਦ ਹੀ ਲਗਾਤਾਰ ਬੰਬਿੰਗ ਸ਼ੈਲਿੰਗ ਕੀਤੀ ਗਈ। ਸਾਨੂੰ ਸੁਣ ਰਿਹਾ ਸੀਗਾ ਸਾਡੇ ਵਾਲਾ ਕਿ ਜਿਹੜਾ ਟ੍ਰੇਨ ਸਟੇਸ਼ਨ ਦੀ ਬਿਲਡਿੰਗ ਸੀਗੀ ਉਹਦੀ ਸ਼ੀਸ਼ੇ ਖੜਕਣੇ ਸੀਗੇ। ਫਿਰ ਜਦੋਂ ਅਸੀਂ ਇੱਕ ਵਾਰੀ ਟ੍ਰੇਨ 'ਚ ਬਹਿ ਗਏ, ਉਹਦਾ ਨੈਟ ਤੋਂ ਬੜਾ ਘੱਟ ਚੱਲ, ਜਿੰਨੀ ਵੀ ਖਬਰ ਆ ਰਹੀ ਸੀਗੀ ਤਾਂ ਕਾਫੀ ਸੀਗਾ ਵੀ ਹੁਣ ਨਹੀਂ ਬੱਚੇ ਆਪਣੇ ਆਪ ਨਹੀਂ ਨਿਕਲ ਸਕਦੇ, ਇੰਨਾ ਜ਼ਿਆਦਾ ਹੋਣ ਲੱਗ ਪਿਆ ਸੀਗਾ। ਉਸ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਸ਼ੁਰੂ ਕਰਤਾ ਉਹਨਾਂ ਨੇ। ਤੇ ਬੰਕਰ 'ਚ ਕਿੰਨੇ ਦਿਨ ਰਹੇ ਤੁਸੀਂ? ਖਾਣ ਪੀਣ ਦਾ ਕਿੱਦਾਂ ਦਾ ਪ੍ਰਬੰਧ ਸੀ? ਮਿਲ ਰਿਹਾ ਸੀ ਉੱਥੇ ਪ੍ਰੋਪਰ? ਬੰਕਰ 'ਚ ਅਸੀਂ ਆਪੇ ਬਣਾ ਰਹੇ ਸੀ, ਉੱਪਰ ਜਾ ਕੇ ਫਲੈਟ ਮਤਲਬ ਸਾਡਾ ਸੀ ਨਾ ਉਹ, ਉੱਥੇ ਕੋਈ ਦੇਣ ਵਾਲਾ ਨਹੀਂ ਸੀ। ਆਪਾਂ ਸਮਾਨ ਤਾਂ ਪਹਿਲਾਂ ਹੀ ਇਕੱਠਾ ਕਰ ਲਿਆ ਸੀ, ਗਰੋਸਰੀਜ਼ ਵਗੈਰਾ ਉਸੇ ਦਿਨ ਸਵੇਰੇ 24 ਨੂੰ ਮਾਰਨਿੰਗ। ਫਿਰ 15-20 ਮਿੰਟ ਆਪਾਂ ਜੋ ਵੀ ਬਣੇ ਘੱਟ ਤੋਂ ਘੱਟ ਟਾਈਮ 'ਚ ਉਹਦੇ ਨਾ ਸਾਇਰਨ ਸੁਣ ਜਾਂਦਾ, ਨਹੀਂ ਸੁਣਦਾ ਤਾਂ ਉਹ ਜਿਹੜੇ ਸਿਵੀਲੀਅਨਸ ਨਾਲ ਦੇ ਨੇਟਿਵ ਪੀਪਲ ਉਹ ਦੱਸ ਦਿੰਦੇ ਸੀ ਸਾਇਰਨ ਬਾਰੇ ਥੱਲੇ ਆ ਜਾਓ। ਅਤੇ ਫਿਰ ਆਪਾਂ ਜਦੋਂ ਨਹੀਂ ਹੁੰਦਾ, ਜਦੋਂ ਸੇਫ ਲੱਗਦਾ ਸੀ ਆਪਾਂ ਉਦੋਂ ਰੋਟੀ ਬਣਾ ਲੈਂਦੇ ਸੀ ਉੱਪਰ ਜਾ ਕੇ ਫਟਾਫਟ ਜਿੰਨੀ ਜਲਦੀ ਹੋ ਸਕੇ ਫਿਰ ਥੱਲੇ ਆ ਜਾਂਦੇ ਸੀਗੇ। ਖਾਣਾ ਪੀਣਾ ਸਾਡੇ ਕੋਲ ਉੱਥੇ ਸੀਗਾ ਫਲੈਟ 'ਚ, ਫਲੈਟ ਦੇ ਉੱਪਰ ਕਾਫੀ ਸਮਾਨ ਸੀਗਾ, ਅਸੀਂ ਇਕੱਠਾ ਕਰਕੇ ਰੱਖਿਆ ਵੀ ਜਿੰਨੇ ਦਿਨ ਹੋ ਸਕੇ ਗੁਜ਼ਾਰਾ ਕਰੀਏ। ਬਾਕੀ ਆਪਾਂ ਆ ਗਏ, ਜਿਹੜੇ ਬਚ ਗਏ ਉਹ ਇਕੱਠੇ ਹੋ ਗਏ ਨੇ ਸਾਈਡ 'ਤੇ, ਅਤੇ ਖਾਣਾ ਪੀਣਾ ਸਭ ਫਲੈਟ 'ਤੇ ਹੀ ਆ ਹੁਣ। ਜਦੋਂ ਬੰਕਰ ਨੂੰ ਛੱਡਿਆ ਸੀ, ਬਾਰਡਰ 'ਤੇ ਪਹੁੰਚੇ ਸੀ, ਉਸ ਦੌਰਾਨ ਜੋ ਰਾਸਤੇ ਦੀਆਂ ਦਿੱਕਤਾਂ ਕੀ ਆਈਆਂ ਸੀ? ਰਾਸਤੇ ਦਿੱਕਤਾਂ ਤਾਂ ਸਾਨੂੰ ਤਾਂ ਘੱਟ ਆਈਆਂ, ਪਰ ਕਾਫੀ ਨੇ। ਸਾਡੀ ਕਿਸਮਤ ਵਧੀਆ ਸੀ ਕਿ ਨਹੀਂ ਆਈਆਂ। ਅਤੇ ਪਹਿਲਾਂ ਤਾਂ ਆਹੀ ਹੈ ਕਿ ਸਾਨੂੰ ਕੈਬ ਨਹੀਂ ਮਿਲ ਰਹੀ ਸੀਗੀ। ਕੈਬ ਮਿਲਣਾ ਉੱਥੇ ਬਹੁਤ ਮੁਸ਼ਕਿਲ ਹੈ, ਲੋਕ ਸਾਰੇ ਚੱਲ ਗਏ ਆ ਛੱਡ ਕੇ ਖਾ ਕੇ। ਅਤੇ ਫਿਰ ਸਾਡੀ ਕਿਸਮਤ ਵਧੀਆ, ਇੱਕ ਦਿਨ ਭਲਾ ਮਾਨਸ ਬੰਦਾ ਕੋਈ ਨੂੰ ਰੋਕ ਲਈ ਗੱਡੀ ਤੁਹਾਨੂੰ ਛੱਡ ਦਿੰਦਾ,
ਫਿਰ ਆਪਾਂ ਉੱਥੋਂ ਟ੍ਰੇਨ ਸਾਨੂੰ ਮਿਲੀ ਕਾਫੀ ਲੇਟ, 4-5 ਘੰਟੇ ਬਾਅਦ ਉਹ ਮਿਲੀ, ਅਤੇ ਸਾਨੂੰ ਕਰ ਦਿੱਤਾ ਉਹਨਾਂ ਨੇ ਯੂਕਰੇਨੀਅਨ ਪੁਲਿਸ ਨੇ ਕਿ ਸਿਰਫ ਇਹ ਔਰਤਾਂ ਦੇ ਬੱਚਿਆਂ ਲਈ ਆ। ਫਿਰ ਸਾਡਾ ਥੋੜ੍ਹਾ ਪੈਨਿਕ ਹੋਇਆ, ਫਿਰ ਉਹ ਪੈਨਿਕ ਫਿਰ ਆਪਾਂ ਹੋਏ। ਫਿਰ ਐਡਵਾਈਜ਼ਰੀ ਤਾਂ ਪਹਿਲੀ ਜਾਰੀ ਹੋ ਗਈ ਸੀ ਕਿ ਖਾਰਕੀਵ ਤੇ ਕੀਵ ਨੂੰ ਛੱਡ ਦਿਓ, ਤੁਸੀਂ ਉਦੋਂ ਕਿਉਂ ਨਹੀਂ ਛੱਡਿਆ? ਨਹੀਂ ਹੋਈ ਸੀ ਐਡਵਾਈਜ਼ਰੀ, ਕਦੋਂ ਦੀ ਗੱਲ ਕਰ ਰਹੀ? ਕੁਝ ਦਿਨ ਪਹਿਲਾਂ ਹੀ ਹੋਈ ਹੈ ਐਡਵਾਈਜ਼ਰੀ ਜਾਰੀ। 24 ਤੋਂ ਪਹਿਲਾਂ ਤਾਂ ਕੋਈ ਇੱਦਾਂ ਦੀ ਛੱਡੋ ਹੀ ਨਾ। 24 ਤੋਂ ਬਾਅਦ ਦੀ ਗੱਲ ਇਹ ਸੀ ਕਿ ਐਡਵਾਈਜ਼ਰੀ ਜਾਰੀ ਹੋਣ ਦੇ ਬਾਅਦ ਤੁਰੰਤ ਛੱਡ ਦਿੱਤਾ ਤੁਸੀਂ ਖਾਰਕੀਵ? ਹਾਂਜੀ, ਜਦੋਂ ਐਡਵਾਈਜ਼ਰੀ ਆਈ ਨਾ ਫਿਰ ਆਪਾਂ ਸੋਚਣਾ ਸ਼ੁਰੂ ਕੀਤਾ ਕਿ ਇਹ ਕਹਿ ਰਹੇ ਆ ਕਿ ਜੇ ਪਹਿਲਾਂ ਨਹੀਂ ਕਹਿ ਰਹੇ ਸੀ ਫਿਰ ਨਹੀਂ ਇਹਨੂੰ ਪਤਾ ਲੱਗਾ, ਜੇ ਕਹਿ ਰਹੇ ਫਿਰ ਤਾਂ ਕੁਛ ਹੋਣਾ ਹੀ ਆ। ਫਿਰ ਅਸੀਂ ਗੱਲਬਾਤ ਕੀਤੀ ਸ਼ੁਰੂ, ਮੈਂ ਫਿਰ ਆਪਣੇ ਦੋਸਤਾਂ ਨਾਲ ਵੀ ਸਾਨੂੰ ਛੱਡਣਾ ਚਾਹੀਦਾ। ਇਹ ਬੰਕਰ ਵਾਲੇ 3 ਦੋਸਤਾਂ ਨਹੀਂ ਮੰਨੇ, ਪਰ ਜਿਹੜੇ ਬਾਕੀ ਮੇਰੇ ਨਾਲ ਦੇ ਮੋਰ ਕਲੋਜ਼ ਪੀਪਲ ਉਹ ਕਹਿੰਦੇ ਵੀ ਨਿਕਲ ਜਾਂਦੇ ਜਿੰਨੀ ਹੋ ਸਕੇ। ਫਿਰ ਆਪਾਂ ਡਿਸਾਈਡ ਕੀਤਾ ਵੀ ਆਪਾਂ ਨਿਕਲ ਜਾਂਦੇ ਹਾਂ। ਬੰਕਰ 'ਚ ਜਿੰਨੇ ਤੁਹਾਡੇ ਨਾਲ ਸਾਥੀ ਮੌਜੂਦ ਸੀ ਸਾਰੇ ਵਾਪਸ ਆ ਚੁੱਕੇ ਨੇ ਕਿ ਹਜੇ ਵੀ ਉੱਥੇ ਨੇ? ਨਹੀਂ, ਉੱਥੇ ਹੈਗੇ ਨਹੀਂ ਹਲੇ। ਗੱਲਬਾਤ ਹੋ ਰਹੀ ਉਹਨਾਂ ਨਾਲ? ਹਾਂਜੀ, ਹੋਈ ਜਾਂਦੀ ਨਾਲ ਨਾਲ। ਉਹ ਕਹਿ ਰਹੇ ਨੇ ਸਾਨੂੰ ਰੱਖਿਆ ਹਲੇ। ਹਾਲਾਤ ਦੱਸ ਰਹੇ ਨੇ ਉੱਥੇ? ਹਾਂਜੀ, ਹਾਲਾਤ ਲਗਾਤਾਰ ਦੱਸੀ ਜਾ ਰਹੇ ਹੋ, ਲਗਾਤਾਰ ਉਹਨਾਂ ਨੂੰ ਸੁਣਾਈ ਜਾ ਰਹੀ ਆਵਾਜ਼, ਸੁਣਾਈ ਦੇ ਰਹੀ ਆਵਾਜ਼, ਰੁਕ ਨਹੀਂ ਰਹੀ ਆ। ਜੋ ਤੁਹਾਡੇ ਸਾਥੀ ਉੱਥੇ ਮੌਜੂਦ ਨੇ ਉਸ ਨੂੰ ਲੈ ਕੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਇਹ ਰਿਕੁਐਸਟ ਕਰਨਾ ਚਾਹਾਂਗਾ ਕਿ ਖਾਰਕੀਵ ਕਿਸ ਤਰ੍ਹਾਂ ਵੀ ਹੋ ਸਕੇ ਕੁਛ ਬੱਸਿਸ ਅਰੇਂਜ ਜਾਂ ਫਿਰ ਕੁਛ ਵੀ ਹੋ ਸਕੇ ਤਾਂ ਕਰ ਦਿਓ, ਕਿਉਂਕਿ ਆਪਣੇ ਨਹੀਂ ਨਿਕਲ ਸਕਦੇ ਆਪਣੇ ਆਪ 'ਤੇ। ਉਸ ਸਮੇਂ ਤਾਂ ਮਤਲਬ ਇੱਦਾਂ ਸੀ ਕਿ ਪਤਾ ਨਹੀਂ ਮੈਨੂੰ ਕਿਹੜਾ ਅਨਮੋਲ ਖਜ਼ਾਨਾ ਮਿਲ ਗਿਆ ਜਿਹੜਾ ਮੇਰਾ 8 ਦਿਨਾਂ ਤੋਂ ਗੁੰਮ ਹੋ ਗਿਆ ਸੀਗਾ। ਇਸ ਤਰ੍ਹਾਂ ਦਾ ਮੈਨੂੰ ਮਹਿਸੂਸ ਹੋਇਆ, ਇੰਨੀ ਮਤਲਬ ਖੁਸ਼ੀ ਹੋਈ ਮੈਨੂੰ ਕਿ ਮੈਂ ਉਹ ਮਤਲਬ ਤੁਹਾਨੂੰ ਦੱਸੂਗੀ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੇ ਤੁਹਾਨੂੰ ਸਮਝ ਵੀ ਨਹੀਂ ਆਉਣੀ ਵੀ ਮੈਨੂੰ ਕਿੰਨੀ ਖੁਸ਼ੀ ਹੋਈ ਉਦੋਂ। ਤੇ ਜਦੋਂ ਬੇਟਾ ਉੱਥੇ ਫਸਿਆ ਹੋਇਆ ਸੀ ਉਸ ਸਮੇਂ ਕੀ ਬੀਤ ਰਹੀ ਸੀ ਤੁਹਾਡੇ ਉੱਪਰ? ਉਸ ਸਮੇਂ ਤਾਂ ਇੱਦਾਂ ਸੀ ਕਿ ਜੇ ਅਸੀਂ ਕਿਤੇ ਵੀ ਬਹਿ ਜਾਈਏ ਨਾ ਸਾਨੂੰ ਚੈਨ ਆਉਂਦੀ ਸੀ, ਨਾ ਅਸੀਂ ਰੋਟੀ, ਜੇ ਅਸੀਂ ਇੱਕ ਟਾਈਮ ਰੋਟੀ ਪਕਾ ਲਈ ਆ ਉਹ ਸਾਡੇ ਮਤਲਬ ਮੈਂਬਰਾਂ ਦੇ ਲੰਘਦੀ ਨਹੀਂ ਸੀ ਰੋਟੀ। ਇੱਦਾਂ ਹੀ ਰੋਟੀਆਂ ਪਈਆਂ ਰਹਿੰਦੀਆਂ ਸੀ, ਇੱਦਾਂ ਹੀ ਮਤਲਬ ਸਬਜ਼ੀਆਂ ਉੱਦਾਂ ਹੀ ਸੁੱਟਦੀਆਂ ਸੀਗੀਆਂ, ਨਾ ਰੋਟੀ ਖਾਣ ਨੂੰ ਦਿਲ ਕਰਦਾ ਸੀ ਨਾ ਪੀਣ ਨੂੰ ਕੁਛ ਦਿਲ ਕਰਦਾ ਸੀ। ਬਸ ਇੱਕ ਹੀ ਸੀਗਾ ਦਿਮਾਗ 'ਚ ਰਹਿੰਦਾ ਕਿ ਕਦੋਂ ਬੱਚਾ ਆਊਗਾ, ਕਿੱਦਾਂ ਹੋਊਗੀ, ਉੱਥੇ ਬਿਜਲੀ ਨਾ ਬੰਦ ਹੋ ਜਾਵੇ, ਉੱਥੇ ਨੈੱਟ ਨਾ ਬੰਦ ਹੋ ਜਾਵੇ। ਫਿਰ ਹਾਲ ਤਾਂ ਸਾਡੀ ਗੱਲ ਹੁੰਦੀ ਸੀ ਤਾਂ ਥੋੜ੍ਹੀ ਜਿਹੀ ਤਸੱਲੀ ਹੁੰਦੀ ਸੀ। ਜਦੋਂ ਗੱਲ ਹੋ ਜਾਂਦੀ ਸੀ ਉਦੋਂ ਥੋੜ੍ਹਾ ਮੇਰਾ ਟਾਈਮ ਅੱਧਾ ਕੁ ਘੰਟਾ ਸਹੀ ਲੰਘ ਜਾਂਦਾ ਸੀ, ਨਹੀਂ ਤਾਂ ਬਾਅਦ ਵਿੱਚ ਫਿਰ ਬਸ ਇਹੀ ਕੋਈ ਮੈਨੂੰ ਰਿਲੇਟਿਵ ਪੁੱਛਣ ਆਉਂਦਾ ਸੀ ਜਾਂ ਫੋਨ ਆਉਂਦਾ ਸੀ, ਮੇਰਾ ਮਨ ਹੀ ਨਹੀਂ ਸੀ ਕਰਦਾ ਕਿ ਮੈਂ ਗੱਲ ਕਰਾਂ ਕਿਸੇ ਨਾਲ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਆਈਟੀ ਪਾਰਕ ਦੇ ਨਾਂ ਉੱਤੇ ਕੀਤੇ ਗਏ ਘਪਲੇ ਸੰਬੰਧੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਘਪਲਾ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਸੀਬੀਆਈ ਦੀ ਜਾਂਚ ਕਰਵਾ ਕੇ ਅਸਲ ਮੁਲਾਜ਼ਮਾਂ ਨੂੰ ਸਾਹਮਣੇ ਲਿਆਂਦਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਉਹਨਾਂ ਕੋਲ ਪੁੱਜ ਕੇ ਇਨਸਾਫ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਪੰਚਾਇਤ ਤੇ ਮੁਲਾਜ਼ਮਾਂ ਨੂੰ ਮੋਹਰਾ ਬਣਾ ਕੇ ਆਪਣੇ ਘਰ ਭਰੇ ਹਨ। ਐਸਪੀ ਵਿਜੀਲੈਂਸ ਕੋਲੋਂ ਵੀ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਤੇ ਉਹਨਾਂ ਵੱਲੋਂ ਜਾਂਚ ਚੱਲ ਵੀ ਰਹੀ ਹੈ। ਕੜੀ ਤੇ ਤਖਤੂ ਮਾਜਰਾ ਇਹ ਪਿੰਡਾਂ ਦੀਆਂ ਪੰਚਾਇਤਾਂ ਦੀ ਪਾਵਰੀ ਜਿਹੜੇ ਪਿੰਡਾਂ ਦੀਆਂ ਪੰਚਾਇਤ ਦੀਆਂ ਜ਼ਮੀਨਾਂ ਨਜਾਇਜ਼ ਤੌਰ 'ਤੇ ਮਤਲਬ ਆਈਟੀ ਪਾਰਕ ਬਣਾਉਣ ਦੇ ਬਹਾਨੇ ਲੋਕਾਂ ਦਾ ਮਤਲਬ ਹੱਕ ਖੋਹੇ ਗਏ, ਉਹਦੇ ਸੰਬੰਧੀ ਅਸੀਂ ਪੈਰਵਾਈ ਕੀਤੀ ਸੀ ਪਿਛਲੇ ਦਿਨਾਂ ਵਿੱਚ ਪੰਚਾਇਤ ਮਹਿਕਮੇ ਦੇ ਅਫਸਰਾਂ ਰਾਹੀਂ, ਅਤੇ ਉਹਦੇ 'ਚ ਉਹਨਾਂ ਨੇ ਐਕਸ਼ਨ 'ਚ ਆਏ ਨੇ। ਉੱਚੇ ਜਿਹੜੇ ਅਧਿਕਾਰੀ ਨੇ, ਸਕੱਤਰ ਜਿਹੜਾ ਪੰਚਾਇਤੀ ਰਾਜ ਪੇਂਡੂ ਵਿਕਾਸ ਦਾ ਹੈ, ਉਹਨਾਂ ਵੱਲੋਂ ਐਕਸ਼ਨ ਲਿਆ ਗਿਆ। ਪੰਚਾਇਤਾਂ ਨੂੰ ਸਸਪੈਂਡ ਕੀਤਾ ਗਿਆ, ਜਿਹੜੇ ਸਕੱਤਰ ਆ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਅਤੇ ਉਹਦੇ ਲਈ ਜਿਹੜੀਆਂ ਪਿੰਡਾਂ ਦੇ ਲੋਕ ਨੇ, ਕੰਸਰਨਡ ਅਫੈਕਟਡ ਲੋਕ ਜਿਹੜੇ ਨੇ, ਉਹ ਅੱਜ ਧੰਨਵਾਦ ਕਰਨ ਲਈ ਆਏ ਸੀ ਮੇਰਾ ਕਿ ਪੈਰਵਾਈ ਕਰਕੇ ਜਿਹੜੀ ਰੁਕੀ ਹੋਈ ਸੀ ਕਾਰਵਾਈ ਪਿਛਲੇ ਬਹੁਤ ਮਹੀਨਿਆਂ ਤੋਂ, ਉਹ ਕਿਸੇ ਲਾਈਨ 'ਤੇ ਆਈ ਆ, ਲਾਈਨ ਅਪ ਹੋਈ ਆ। ਔਰ ਮੈਂ ਇਹਨਾਂ ਨੇ ਮੰਗ ਵੀ ਕੀਤੀ ਆ ਵੀ ਸੀਬੀਆਈ ਤੋਂ ਇਨਕੁਆਇਰੀ ਕਰਾਈ ਜਾਵੇ ਵੀ ਇਹਦੇ ਪਿੱਛੇ ਹੱਥ ਕਿਹਦਾ ਸੀ। ਗਵਰਨਰ ਹਾਊਸ ਮੰਗ ਪੱਤਰ ਦੇਣ ਪਹੁੰਚੇ ਬਲਬੀਰ ਸਿੰਘ ਰਾਜੇਵਾਲ ਨੇ ਪੁਲਿਸ ਵੱਲੋਂ ਰੋਕਣ ਤੇ ਸੜਕ ਤੇ ਹੀ ਲਗਾਇਆ ਧਰਨਾ। ਪੰਜਾਬ ਦੇ ਅਲੱਗ-ਅਲੱਗ ਮੁੱਦੇ ਤੇ ਕਿਸਾਨ ਯੂਨੀਅਨ ਆਗੂ ਬਲਬੀਰ ਸਿੰਘ ਰਾਜੇਵਾਲ ਸਮੇਤ 22 ਕਿਸਾਨ ਯੂਨੀਅਨ ਦੇ ਆਗੂ ਮੰਗ ਪੱਤਰ ਦੇਣ ਗਵਰਨਰ ਹਾਊਸ ਪਹੁੰਚੇ, ਪਰ ਰਸਤੇ ਵਿੱਚ ਪੁਲਿਸ ਵੱਲੋਂ ਰੋਕਣ ਤੇ ਸੜਕ ਤੇ ਹੀ ਲਗਾਇਆ ਗਿਆ ਧਰਨਾ। ਰੂਸ ਦੇ ਵੱਲੋਂ ਯੂਕਰੇਨ ਤੇ ਲਗਾਤਾਰ ਬੰਬਾਰੀ ਹੋ ਰਹੀ ਤੇ ਹਾਲਾਤ ਪੂਰੀ ਤਰ੍ਹਾਂ ਨਾਲ ਬੇਕਾਬੂ ਹੋ ਚੁੱਕੇ ਨੇ ਅਤੇ ਉੱਥੋਂ ਦੇ ਆਮ ਲੋਕਾਂ ਨਾਲ ਭਾਰਤੀ ਵਿਦਿਆਰਥੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਉੱਥੋਂ ਦੇ ਸ਼ਹਿਰ ਖਰਕੀਵ ਤੇ ਰੂਸ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਤੇ ਇਸ ਕਰਕੇ
ਭਾਰਤੀ ਵਿਦਿਆਰਥੀਆਂ ਨੂੰ ਆਪਣੀ ਜਾਨ ਬਚਾ ਕੇ ਹੰਗਰੀ ਦੇ ਬਾਰਡਰ ਵੱਲ ਭੱਜਣਾ ਪੈ ਰਿਹਾ ਹੈ, ਜਿੱਥੇ ਦੀ ਉਹਨਾਂ ਨੂੰ ਭਾਰਤੀ 에ਅਰਕ੍ਰਾਫਟ ਦੁਆਰਾ ਭਾਰਤ ਵਾਪਸ ਲੈ ਕੇ ਆਇਆ ਜਾ ਰਿਹਾ ਹੈ। ਪੰਜਾਬ ਦੇ ਜਲੰਧਰ ਤੋਂ ਪਹੁੰਚੇ ਕਿਸ਼ੋਰ ਕੁਮਾਰ ਨੇ ਮੀਡੀਆ ਨੂੰ ਉੱਥੇ ਦੇ ਹਾਲਾਤਾਂ ਬਾਰੇ ਜਾਣੂ ਕਰਵਾਇਆ। ਤੇ ਯੂਕਰੇਨ ਤੋਂ ਤੁਸੀਂ ਕਦੋਂ ਆਏ ਹੋ ਵਾਪਸ? ਮੈਂ ਯੂਕਰੇਨ ਤੋਂ ਵਾਪਸ ਆਇਆ 1 ਮਾਰਚ ਨੂੰ। ਤੇ ਕਿੰਨੇ ਕੁ ਸਮੇਂ ਤੋਂ ਤੁਸੀਂ ਗਏ ਸੀ ਉੱਥੇ ਯੂਕਰੇਨ? 3 ਸਾਲ ਤੋਂ। ਕਾਹਦੀ ਸਟੱਡੀ ਲਈ ਗਏ ਹੋਏ ਸੀਗੇ? MBBS। ਕੀ ਹਾਲਾਤ ਕੀ ਸੀਗੇ ਉਸ ਸਮੇਂ ਜਦੋਂ ਤੁਸੀਂ ਉੱਥੋਂ ਚੱਲੇ ਹੋ? ਉਸ ਟਾਈਮ ਐਸੇ ਅਟੈਕ ਤਾਂ ਸ਼ੁਰੂ ਹੋ ਹੀ ਗਏ ਸੀ ਹਰ ਸਿਟੀ ਵਿੱਚ, ਮ੍ਰਿਤਸਰ, ਕੀਵ, ਖਾਰਕਿਵ, ਸੂਮੀ, ਹਰ ਕਿਤੇ ਅਟੈਕ ਸ਼ੁਰੂ ਹੋ ਹੀ ਗਏ ਸੀ। ਤਾਂ ਸਾਡੀ ਸਿਟੀ ਅਲਰਟ 'ਤੇ ਸੀਗੀ, ਮਤਲਬ ਵੱਜਦੇ ਰਹਿੰਦੇ ਸਾਰੇ ਹਰ 2 ਘੰਟੇ ਵਿੱਚ। ਜਦ ਸਾਇਰਨ ਵੱਜੇ ਤਾਂ ਨੀਚੇ ਚਲੇ ਬੇਸਮੈਂਟ ਬੰਕਰ ਵਿੱਚ, ਜਦ ਸਾਇਰਨ ਬੰਦ ਹੁੰਦੇ ਸੀ ਫਿਰ ਉੱਪਰ ਆ ਜਾਓ, ਬਸ ਆਹੀ ਸੀਗੇ। ਫਿਰ ਅਸੀਂ ਉੱਥੋਂ ਨਿਕਲੇ ਸੀ। ਤੇ ਕੀ ਉੱਥੇ ਅੱਗੇ ਤੱਕ ਕਿਵੇਂ ਪਹੁੰਚੇ ਤੁਸੀਂ? ਡਾਇਰੈਕਟ ਇੱਥੇ ਯੂਕਰੇਨ ਤੋਂ ਇੰਡੀਆ ਆਏ ਹੋ ਜਾਂ ਕਿਸੇ ਹੋਰ ਕੰਟਰੀ ਦੇ ਥਰੂ ਆਏ ਹੋ? ਮੈਂ ਰੋਮੇਨੀਆ ਹੋ ਕੇ ਆਇਆ। ਪਹਿਲਾਂ ਮਤਲਬ ਆਪਣੀ ਸਿਟੀ 'ਤੇ ਬੱਸ ਕੀਤੀ ਅਰੇਂਜ, ਜਿਹੜੇ ਬੱਚੇ ਸੀ ਜੂਨੀਅਰਸ ਜਿੰਨੇ ਵੀ ਸੀ ਸਭ ਨੂੰ ਲੈ ਕੇ ਪਹਿਲਾਂ ਉੱਥੇ ਬੋਰਡਰ ਤੱਕ ਆਏ। ਉੱਥੇ ਬੋਰਡਰ 'ਤੇ ਸਾਨੂੰ ਬੱਸ ਵਾਲਿਆਂ ਨੇ 14-15 ਕਿਲੋਮੀਟਰ ਪਹਿਲੇ ਲਾਤਾ ਸੀਗਾ। ਉਸ ਤੋਂ ਅਸੀਂ 14-15 ਕਿਲੋਮੀਟਰ ਪੈਦਲ ਚੱਲੇ। ਉੱਥੇ ਪਹੁੰਚ ਕਾਫੀ ਭੀੜ ਸੀ, ਕਿਉਂਕਿ ਉੱਥੇ ਕਾਫੀ ਬੱਚੇ ਸੀ ਨਾ, ਉੱਥੇ ਮੋਰੋਕਨ ਸੀ, ਨਾਈਜੀਰੀਅਨ ਸੀ, ਇੰਡੀਅਨ ਸੀ, ਪੋਲਿਸ਼ ਸਾਰੇ ਸੀਗੇ। ਤਾਂ ਉੱਥੇ ਲਾਈਨ ਲੱਗਣੀ ਪੈਂਦੀ ਸੀ। ਤਾਂ ਉੱਥੇ ਸਾਨੂੰ ਘੱਟੋ ਘੱਟ 26-27 2 ਦਿਨ 3 ਰਾਤਾਂ ਲੱਗ ਗਈ ਬੋਰਡਰ ਕ੍ਰੋਸ ਕਰਨ 'ਤੇ। 3 ਦਿਨ ਅਸੀਂ ਉੱਥੇ ਰਹੇ। ਨਾ ਉੱਥੇ ਖਾਣ ਪੀਣ ਨੂੰ ਕੁਛ ਸੀ, ਨਾ ਉੱਥੇ ਮਤਲਬ ਰਹਿਣ ਨੂੰ ਕੁਛ ਸੀ, ਖੁੱਲ੍ਹਾ ਏਰੀਆ ਸੀਗਾ। ਤਾਂ ਉੱਥੇ ਬਸ ਖੜ੍ਹੇ ਹੋਏ, ਬੈਠੇ ਉੱਥੇ ਜਿੱਥੇ ਜਗ੍ਹਾ ਮਿਲਦੀ ਸੀਗੀ। ਤਾਂ ਉਸ ਤੋਂ ਬਾਅਦ ਸਾਨੂੰ ਐਂਟਰੀ ਮਿਲੀ ਉੱਥੇ 27 ਨੂੰ ਮਿਲੀ ਐਂਟਰੀ ਸਾਨੂੰ ਸ਼ਾਮੀ। ਉਸ ਤੋਂ ਬਾਅਦ ਸਾਨੂੰ 27 ਨੂੰ ਐਂਟਰੀ ਮਿਲੀ। ਉਸ ਤੋਂ ਬਾਅਦ ਇਮੀਗ੍ਰੇਸ਼ਨ ਹੋਈ। ਉਸ ਤੋਂ ਬਾਅਦ ਵੀ ਕੋਈ ਮਤਲਬ ਜਿਹੜੀ ਬੱਸ ਖੜ੍ਹੀ ਸੀ ਐਵੇਂ ਜਿਹੜੀ ਮਿਲੇ 'ਚ ਜਾ ਕੇ ਬਹਿ ਗਏ। ਸਾਨੂੰ ਅੱਗੇ ਸ਼ੈਲਟਰ 'ਤੇ ਲੈ ਗਏ। ਸ਼ੈਲਟਰ ਤੋਂ ਸਾਨੂੰ 1 ਦਿਨ ਸਟੇ ਕਰਾਇਆ। ਫਿਰ ਦੂਜੇ ਦਿਨ ਤੱਕ ਫਲਾਈਟ ਮਿਲੀ ਉੱਥੋਂ ਦੀ। ਉਹ ਵੀ ਫਲਾਈਟ ਐਂ ਕੋਈ ਹੈ ਨਹੀਂ ਸਿਸਟਮ ਕਿ ਜਿਹੜਾ ਪਹਿਲਾਂ ਆਇਆ ਉਹ ਪਹਿਲਾਂ ਜਾਊਗਾ। ਐਂ ਹੈ ਕਿ ਜਿਹਨੇ ਗੱਲ ਕਰ ਲਈ ਉਹ ਨਿਕਲ ਪਹਿਲਾਂ। ਤੇ ਅੰਬੈਸੀ, ਇੰਡੀਅਨ ਅੰਬੈਸੀ ਸੀਗੀ, ਉਹਦਾ ਕਿੰਨਾ ਉਹਨਾਂ ਨੇ ਕੋਆਪਰੇਟ ਕੀਤਾ ਤੁਹਾਨੂੰ? ਇੰਡੀਅਨ ਐਮਬੈਸੀ ਤਾਂ ਬਾਰਡਰ ਤੋਂ ਬਾਅਦ ਜਾ ਕੇ ਆਇਆ। ਜਦ ਬਾਰਡਰ ਕ੍ਰੋਸ ਕਰ ਲਈਏ ਫਿਰ ਜਾ ਕੇ ਮਿਲਦੀ ਹੈ ਇੰਡੀਅਨ ਐਮਬੈਸੀ। ਬਾਰਡਰ ਤੋਂ ਪਹਿਲਾਂ ਕਿਹੜੀ ਐਮਬੈਸੀ? ਯੂਕਰੇਨ ਬਾਰਡਰ ਹੈ ਨਹੀਂ। ਆਪਾਂ ਰੋਮੇਨੀਆ ਐਂਟਰ ਕਰ ਜੇ ਤਾਂ ਐਮਬੈਸੀ ਮਿਲਦੀ ਸਾਨੂੰ। ਅੱਛਾ, ਖਾਣ ਪੀਣ ਦੀ ਕਿੰਨੀ ਕੁ ਉੱਥੇ ਕਿੱਲਤ ਆਈ ਹੈ ਜਿਸ ਤਰ੍ਹਾਂ ਤੁਸੀਂ ਉੱਥੇ ਲੜਾਈ ਦੇ ਵਿੱਚ ਹੀ ਰਹੇ ਹੋ? ਰੋਟੀ ਪਾਣੀ ਖਾਣ ਪੀਣ ਤਾਂ ਅਸੀਂ ਲੈ ਖੁਦ ਹੀ ਲੈ ਗਏ। ਪਹਿਲਾਂ ਆਪਣਾ ਫਰੂਟ ਵਗੈਰਾ ਲੈ ਗਏ ਸੀ, ਜੂਸ ਵਗੈਰਾ ਇਕੱਠੇ ਹੀ ਪਹਿਲਾਂ ਹੀ ਉਰਦੀ ਉਹੀ ਚੱਲਦਾ ਰਿਹਾ ਸਾਡਾ। ਤੇ ਤੁਸੀਂ ਉੱਥੇ ਗਏ ਹੋ ਸਟੱਡੀ ਲਈ, ਕੀ ਮੰਨਦੇ ਹੋ ਜੇ ਇੰਡੀਆ ਵਿੱਚ ਇੱਦਾਂ ਦੇ ਪ੍ਰਬੰਧ ਹੋਣ, ਬੱਚੇ ਨੂੰ ਬਾਹਰ ਨਾ ਜਾਣਾ ਪਵੇ, ਇੱਥੇ ਕੀ ਦਿੱਕਤ ਆ? ਕੀ ਫਰਕ ਕੀ ਹੈ ਇੱਥੋਂ ਤੇ ਉੱਥੋਂ ਦਾ? ਉਹਦੇ ਕੋਸਟ ਦਾ ਫਰਕ ਹੈ, ਬਾਕੀ ਸੀਟਾਂ ਘੱਟ ਨੇ ਉਰੇ ਤਾਂ। ਹੁਣ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਆਪਣੇ ਪਰਿਵਾਰ 'ਚ ਤੁਸੀਂ ਆਏ? ਨਾ ਵਧੀਆ ਫੀਲ ਕਰ ਰਿਹਾ। ਉਸ ਤੋਂ ਬਾਅਦ ਫਿਰ ਖਨੇ। ਤੇ ਯੂਕਰੇਨ 'ਚ ਕਿਹੜੀ ਜਗ੍ਹਾ 'ਚ ਤੁਸੀਂ ਰਹਿ ਰਹੇ ਸੀਗੇ? ਟਰਨੋਪਿਲ। ਤੇ ਸਟੱਡੀ ਬੇਸ ਤੇ MBBS ਦੀ ਤਿਆਰੀ ਲਈ ਗਏ ਸੀਗੇ? ਹਾਂਜੀ। ਠੀਕ ਹੈ। ਤੇ ਕੀ ਹਾਲਾਤ ਕੀ ਸੀ ਜਦੋਂ ਤੁਸੀਂ ਉੱਥੋਂ ਆਏ ਹੋ? ਉੱਥੇ ਉਸ ਟਾਈਮ ਐਸੀ ਮਤਲਬ ਅਟੈਕ ਤਾਂ ਸ਼ੁਰੂ ਹੋ ਹੀ ਚੁੱਕੇ ਸੀ, ਬਟ ਸਾਡੀ ਸਿਟੀ ਦਾ ਐਂ ਸੀ ਕਿ ਉੱਥੇ ਸਾਇਰਨ ਵੱਜਦੇ ਸੀ। ਸਾਇਰਨ ਅਲਰਟ ਤਾਂ ਸੀਗਾ, ਮਤਲਬ ਹਰ 2 ਘੰਟੇ ਵੱਜਦੇ ਸੀ ਸਾਇਰਨ। ਜਦ ਸਾਇਰਨ ਵੱਜੇ ਤਾਂ ਬੰਕਰ ਚਲੇ ਜਾਓ ਨੀਚੇ, ਫਿਰ 2 ਘੰਟੇ ਉੱਪਰ ਆ ਜਾਓ ਪਾਣੀ ਪੂਣੀ ਫਿਰ ਥੱਲੇ ਚਲੇ ਜਾਓ, ਬਸ ਆਹੀ ਸੀ। ਹਾਂਜੀ। ਕਿੰਨੇ ਕੁ ਸਟੂਡੈਂਟ ਹੋਰ ਤੁਹਾਡੇ ਸਾਥੀ ਕਿੰਨੇ ਕੁ ਰਹਿ ਗਏ ਉੱਥੇ? ਮੇਰੇ ਨਾਲ ਤਾਂ ਮਤਲਬ ਆਏ ਬੋਰਡਰ ਸਭ ਨੇ ਕ੍ਰੋਸ ਕਰ ਲਿੱਤਾ, ਪਰ ਉੱਥੇ ਸ਼ੈਲਟਰ 'ਤੇ ਨੇ ਹਲੇ ਰੋਮੇਨੀਆ, ਪੋਲੈਂਡ ਵਿੱਚ, ਹੰਗਰੀ ਵਿੱਚ, ਅਲੱਗ-ਅਲੱਗ ਬੋਰਡਰ 'ਤੇ ਨੇ ਹਲੇ ਸਾਰੇ। ਮਤਲਬ ਆ ਰਿਹਾ ਹੌਲੀ ਹੌਲੀ। ਤੁਸੀਂ ਕਿੰਨੇ ਕੁ ਸਮੇਂ ਤੋਂ ਉੱਥੇ ਗਏ ਸੀਗੇ ਯੂਕਰੇਨ 'ਚ? 3 ਸਾਲ। ਤੇ ਹੋਰ ਉੱਥੇ ਕੀ ਹਾਲਾਤ ਕੀ ਸੀਗੇ? ਜਿਸ ਤਰ੍ਹਾਂ ਮਤਲਬ ਕਿ ਗੱਲ ਕਰੀਏ ਬੰਬਾਰੀ ਕਹਿੰਦੇ ਕਾਫੀ ਜ਼ਿਆਦਾ ਹੋ ਰਹੀ, ਜਿਸ ਤਰ੍ਹਾਂ ਆਪਾਂ TV ਤੇ ਦੇਖ ਰਹੇ ਹਾਂ। ਹਾਂਜੀ। ਉਸ ਵਿੱਚ ਕੀ ਹਾਲਾਤ ਕੀ ਸੀਗੇ? ਸ਼ੁਰੂ ਤੋਂ ਹੋ ਗਏ ਸੀ, ਮਤਲਬ ਕਾਫੀ ਜ਼ਿਆਦਾ ਮਤਲਬ ਅਟੈਕ ਹੁੰਦੇ ਰਹਿੰਦੇ ਉੱਥੇ। ਐਂ ਨਹੀਂ ਪਤਾ ਕਿੱਥੇ ਕਿਹੜਾ ਅਟੈਕ ਹੋਇਆ, ਪਰ ਹੋ ਜਾਂਦਾ ਸੀ ਹਰ 2 ਘੰਟੇ ਦੇ ਕੋਈ ਨਾ ਕੋਈ ਸਿਟੀ ਹੁੰਦੇ ਰਹਿੰਦੇ ਅਟੈਕ। ਕੀ ਮੰਨਦੇ ਹੋ ਹੁਣ ਤੁਸੀਂ ਇੱਥੇ ਪਰਿਵਾਰ 'ਚ ਤੁਸੀਂ ਆ ਗਏ ਹੋ, ਖੁਸ਼ੀ ਹੋ ਰਹੀ ਹੈ ਵੀ ਹਾਂ ਮੈਂ ਆਪਣੇ ਪਰਿਵਾਰ 'ਚ ਆ ਗਿਆ? ਹਾਂਜੀ ਹਾਂਜੀ। ਤੇ ਜੇ ਗੱਲ ਕਰੀਏ ਤੁਹਾਡੀ ਜਿਵੇਂ MBBS ਦੀ ਤੁਸੀਂ ਤਿਆਰੀ ਕਰ ਲਈ, ਉੱਥੇ ਗਏ ਹੋਏ ਸੀਗੇ, ਤੇ ਹੁਣ ਜਿਹੜੀ ਬਾਕੀ ਦੀ ਹੈਗੀ ਆ ਤੁਹਾਡੀ ਸਟੱਡੀ, ਉਹ ਕਿਵੇਂ ਫਿਰ ਕੰਪਲੀਟ ਹੋਊਗੀ? ਕੁਝ ਹੈ ਇਹਦੇ ਬਾਰੇ? ਨਹੀਂ ਹਾਲੇ ਤਾਂ ਕੁਛ ਪਤਾ ਨਹੀਂ। ਹਾਲੇ ਤਾਂ ਬੱਚੇ ਪਹਿਲੇ ਵਾਪਸ ਆਉਣਗੇ ਫਿਰ ਪਤਾ ਲੱਗੂ ਕੁਛ ਕੀ ਹੁੰਦਾ ਹੈ। ਹਾਲੇ ਬੱਚੇ ਪੂਰੇ ਨਹੀਂ ਆਏ ਚੰਗੀ ਤਰ੍ਹਾਂ। ਤੇ ਚਾਹੀਦਾ ਨਹੀਂ ਮਤਲਬ ਕਿ ਭਾਰਤ ਸਰਕਾਰ ਨੂੰ ਚਾਹੀਦਾ ਨਹੀਂ ਵੀ ਇੱਥੇ ਹੀ ਇੱਧਰ ਜਿਹੜੀ ਹੈਗੀ ਹੈ ਸਟੱਡੀ ਇੱਥੇ ਹੀ ਕੰਪਲੀਟ ਹੋ ਜਾਵੇ, ਇੰਡੀਆ ਤਾਂ ਯੂਕਰੇਨ 'ਚ ਜਾਣ ਦੀ ਲੋੜ ਹੀ ਨਾ ਪਵੇ ਜਾਂ ਹੋਰ ਦੇਸ਼ਾਂ 'ਚ? ਹਾਂ, ਇੱਥੇ ਕਰਾ ਤਾਂ ਹੋਰ ਵਧੀਆ ਹੈ। ਇੱਥੇ ਕਰਾ ਦੇ ਉੱਥੇ ਵਾਪਸ ਕਰਾ ਦੇ, ਕਿੱਥੇ ਕਰਾਵੇ, ਪਰ ਕਰਾਵੇ ਤਾਂ ਸਹੀ। ਕੀ ਇੱਥੇ ਕੀ ਜ਼ਿਆਦਾ ਕੋਸਟਲੀ ਪੈਂਦੀ ਆਪਾਂ ਨੂੰ ਇੰਡੀਆ 'ਚ? ਕੋਸਟਲੀ ਤਾਂ ਸੇਮ ਹੀ ਹੈ, ਮਤਲਬ ਪ੍ਰਾਈਵੇਟ ਮਹਿੰਗੀ ਜ਼ਿਆਦਾ ਪੈਂਦੀ ਹੈ। ਅੱਛਾ। ਹਾਂਜੀ। ਉੱਥੇ ਕੀ ਫਰਕ ਹੈ ਉੱਥੇ ਤੇ ਇੱਥੇ ਦਾ ਕੀ ਫਰਕ ਜ਼ਿਆਦਾ? ਕੋਸਟਲੀ ਫਰਕ ਹੈ ਬਸ।
ਭਾਖੜਾ ਬਿਆਸ ਪ੍ਰਬੰਧਨ ਬੋਰਡ ਵਿੱਚ ਪੰਜਾਬ ਅਤੇ ਹਰਿਆਣਾ ਦਾ ਕੰਟਰੋਲ ਖਤਮ ਕਰਕੇ ਕੇਂਦਰ ਸਰਕਾਰ ਦੇ ਫੈਸਲੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਮਾਨਸਾ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਤੇ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਏਗਾ। ਉੱਥੇ ਉਹਨਾਂ ਸਰਕਾਰ ਦੇ BBMB ਦੀ ਪਹਿਲਾਂ ਵਾਲੀ ਸਥਿਤੀ ਬਹਾਲ ਰੱਖਣ ਦੀ ਮੰਗ ਕੀਤੀ ਹੈ। ਜਿਹੜੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮਸਲਾ ਹੈਗਾ, ਉਹਦੇ ਵਿੱਚ ਪੰਜਾਬ ਤੇ ਹਰਿਆਣੇ ਦੀ ਨੁਮਾਇੰਦਗੀ ਖਤਮ ਕਰ ਰਹੇ ਨੇ। ਉਹ ਨੁਮਾਇੰਦਗੀ ਕੋਝੀ ਚਾਲ ਨਾਲ ਖਤਮ ਕਰ ਰਹੇ ਨੇ। ਸੈਂਟਰ ਸਰਕਾਰ ਨੇ ਪਹਿਲਾਂ ਤਨਕਾਲੇ ਕਾਨੂੰਨ ਲੈ ਕੇ ਆ ਕੇ ਕਿਸਾਨਾਂ ਤੇ ਹੱਲਾ ਬੋਲਿਆ ਸੀ। ਇਹ ਵੀ ਕਿਸਾਨਾਂ ਤੇ ਇੱਕ ਹੱਲਾ ਹੈਗਾ। ਜਿਹੜਾ ਪਾਣੀਆਂ ਦੇ ਪ੍ਰਬੰਧ ਨੇ ਉਹ ਸੈਂਟਰ ਸਰਕਾਰ ਆਪਦੇ ਹੱਥ 'ਚ ਲੈਣਾ ਚਾਹੁੰਦੀ ਹੈ। ਉਹ ਹੱਥ 'ਚ ਲੈ ਕੇ ਜਿਹੜੀਆਂ ਉੱਥੇ ਫੋਰਸਾਂ ਲਾਈਆਂ ਨੇ ਉਹ ਵੀ ਆਪਦੀਆਂ ਫੋਰਸਾਂ ਲਾ ਕੇ ਇਹ ਨਕਲੀ ਥੁੜ ਪੈਦਾ ਕਰਕੇ ਤਾਂ ਸਾਨੂੰ ਪਾਣੀ ਦੀ, ਜਦੋਂ ਸਾਨੂੰ ਪਾਣੀ ਦੀ ਲੋੜ ਹੋਇਆ ਕਰੂ ਉਦੋਂ ਪਾਣੀ ਨਹੀਂ ਦੇਣਾ ਇਹਨਾਂ ਨੇ। ਜਦੋਂ ਬਾਰਿਸ਼ਾਂ ਹੋਇਆ ਕਰਨਗੀਆਂ ਉਦੋਂ ਇਹਨਾਂ ਨੇ ਕਹਿ ਕੇ ਵੀ ਡੈਮ ਫੁੱਲ ਹੈਗਾ, ਉਦੋਂ ਫਲੱਡ ਗੇਟ ਛੱਡ ਕੇ ਸਾਡੀਆਂ ਫਸਲਾਂ ਮਾਰਿਆ ਕਰਨਗੇ। ਇਹ ਨੀਤੀ ਹੈਗੀ ਇੱਕ ਸਾਥੋਂ ਵਾਹਣ ਖੋਹਣ ਦੀ, ਸਾਨੂੰ ਖੇਤੀ 'ਚੋਂ ਬਾਹਰ ਕਰਨ ਦੀ ਕਿਸਾਨਾਂ ਨੂੰ। ਇਹਦੀ ਨੀਤੀ ਦੇ ਅਧੀਨ ਹੀ ਇਹ ਅੱਜ ਜਿਹੜਾ ਅਸੀਂ ਧਰਨਾ ਲਾਇਆ ਗਾ, ਇਹ ਐਂ ਕਹਿਣਾ ਵੀ ਅਸੀਂ ਪੰਜਾਬ ਤੇ ਹਰਿਆਣੇ ਦੀ ਨੁਮਾਇੰਦਗੀ ਰਹਿਣ ਦਿਓ, ਨਹੀਂ ਤਾਂ ਇਹ ਹੱਲਾ ਹੋਰ ਵੱਡਾ ਹੋਊਗਾ। ਜਥੇਬੰਦੀਆਂ ਹੋਰ ਜ਼ਿਆਦਾ ਸੰਘਰਸ਼ ਤੇਜ਼ ਕਰਨਗੀਆਂ ਜਿੰਨਾ ਚਿਰ ਇਹ ਨੁਮਾਇੰਦਗੀ ਪੰਜਾਬ ਤੇ ਹਰਿਆਣੇ ਨੂੰ ਦਿੰਦੇ ਨਹੀਂ। ਮੋਦੀ ਹਕੂਮਤ ਸ਼ੁਰੂ ਤੋਂ ਜਦੋਂ ਤੋਂ ਰਾਜ ਸੱਤਾ ਤੇ ਕਾਬਜ਼ ਹੋਈ ਹੈ ਉਸ ਸਮੇਂ ਤੋਂ ਹੀ ਲੈ ਕੇ ਲੋਕ ਵਿਰੋਧੀ ਨੀਤੀਆਂ ਜਿਹੜੀਆਂ ਉਹ ਲਗਾਤਾਰ ਲੈ ਕੇ ਆ ਰਹੀ ਹੈ। ਕਿਉਂਕਿ ਪਹਿਲਾਂ ਵੀ ਜਦੋਂ ਤਿੰਨੇ ਖੇਤੀ ਕਾਨੂੰਨ ਲਿਆਂਦੇ ਆ ਉਹ ਵੀ ਸਾਡੇ ਕਿਸਾਨਾਂ ਮਜ਼ਦੂਰਾਂ ਦੇ, ਸਾਡੇ ਲੋਕਾਂ ਦੇ ਪੂਰੀ ਤਰ੍ਹਾਂ ਖਿਲਾਫ ਸੀ। ਤੇ ਹੁਣ ਜਿਹੜੀ ਆਹ ਭਾਖੜਾ ਡੈਮ ਨੂੰ ਲੈ ਕੇ ਮੋਦੀ ਹਕੂਮਤ ਜਿਹੜੀ ਨੀਤੀ ਲੈ ਕੇ ਆਈ ਹੈ ਤੇ ਪੰਜਾਬ ਤੇ ਹਰਿਆਣੇ ਦੀ ਜਿਹੜੀ ਉਹਦੇ 'ਚੋਂ ਨੁਮਾਇੰਦਗੀ ਖਤਮ ਕੀਤੀ ਹੈ, ਇਹ ਵੀ ਸਾਡੇ ਲੋਕ ਵਿਰੋਧੀ, ਬਹੁਤ ਵੱਡਾ ਲੋਕ ਵਿਰੋਧੀ ਕਦਮ ਹੈ ਜਿਹੜਾ ਮੋਦੀ ਹਕੂਮਤ ਨੇ ਚੱਕਿਆ ਹੈ। ਕਿਉਂਕਿ ਇਹਦੇ ਨਾਲ ਜਿਹੜਾ ਇਹ ਨਵਾਂ ਫੈਸਲਾ ਉਹਨਾਂ ਨੇ ਬਹਾਲ ਕੀਤਾ ਹੈ ਭਾਖੜਾ ਡੈਮ ਨੂੰ ਲੈ ਕੇ, ਉਹਦੇ 'ਚ ਇਹ ਹੈ ਕਿ ਉੱਥੇ ਭਾਖੜਾ ਡੈਮ ਤੇ ਇੰਜੀਨੀਅਰ ਵੀ ਉਹਨਾਂ ਨੇ ਸੈਂਟਰ ਨੇ ਆਪਦੇ ਮੁਤਾਬਕ ਲਾਉਣੇ ਆ, ਅਫਸਰ ਵੀ ਆਪਦੇ ਮੁਤਾਬਕ ਲਾਉਣੇ ਆ। ਤੇ ਉਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਇਹ ਕਰਨਾ ਹੈ ਕਿ ਜਦੋਂ ਪੰਜਾਬ ਨੂੰ ਪਾਣੀ ਦੀ ਲੋੜ ਹੋਇਆ ਕਰੂਗੀ ਉਦੋਂ ਪੰਜਾਬ ਨੂੰ ਪਾਣੀ ਨਹੀਂ ਦੇਣਾ ਹੈ ਉਹਨਾਂ ਨੇ। ਤੇ ਜਦੋਂ ਪੰਜਾਬ 'ਚ ਪੂਰੀ ਤਰ੍ਹਾਂ ਬਾਰਿਸ਼ ਪੈ ਗਈ, ਪਾਣੀ ਪੰਜਾਬ ਦੇ ਅੰਦਰ ਵਾਧੂ ਹੋ ਗਿਆ, ਤਾਂ ਉਸ ਸਮੇਂ ਫਿਰ ਪੰਜਾਬ ਨੂੰ ਡੁਬੋਣ ਵਾਸਤੇ ਤਾਂ ਕਿ ਸਾਡੇ ਲੋਕਾਂ ਦੀਆਂ ਫਸਲਾਂ ਜਿਹੜੀਆਂ ਉਹ ਮਰ ਜਾਣ, ਇਸ ਕਰਕੇ ਮਤਲਬ ਫਿਰ ਉਹਨਾਂ ਨੇ ਪਾਣੀ ਹੈ ਜਿਹੜਾ ਵਾਧੂ ਕਰ ਦੇਣਾ ਹੈ, ਵਾਧੂ ਛੱਡਣਾ ਹੈ ਇੱਧਰ ਨੂੰ। ਇਸ ਕਰਕੇ ਇਹ ਜਿਹੜੀਆਂ ਸਾਡੇ ਲੋਕਾਂ ਦੇ ਨੁਕਸਾਨ ਪ੍ਰਤੀ ਨੀਤੀਆਂ ਮੋਦੀ ਹਕੂਮਤ ਜਿਹੜੀਆਂ ਲੈ ਕੇ ਆ ਰਹੀ ਹੈ, ਇਹ ਸਾਡੇ ਲੋਕਾਂ ਦੇ ਲਈ ਬਹੁਤ ਗਲਤ ਹੈ ਤੇ ਲੋਕਾਂ ਨੂੰ ਇਹਨਾਂ ਨੀਤੀਆਂ ਦੇ ਖਿਲਾਫ ਲੜਨਾ ਪਊ, ਜੂਝਣਾ ਪਊ। ਉਹਨਾਂ ਚਿਰ ਤੱਕ ਨਹੀਂ ਇਹ ਨੀਤੀਆਂ ਜਿਹੜੀਆਂ ਉਹ ਵਾਪਸ ਨਹੀਂ ਹੋਣਗੀਆਂ। ਮੋਦੀ ਹਕੂਮਤ ਨੇ ਖੇਤੀ ਕਾਨੂੰਨਾਂ ਵਰਗੇ ਇੱਕ ਹੋਰ ਫੈਸਲਾ ਲੈ ਲਿਆ। ਜਿਹੜਾ ਭਾਖੜਾ ਡੈਮ ਦੇ ਵਿੱਚ ਪੰਜਾਬ ਦਾ ਹਿੱਸਾ ਸੀ ਉਹ 60% ਔਰ ਹਰਿਆਣੇ ਦਾ 40% ਔਰ ਬਾਹਰੋਂ ਕੋਈ ਇਹਦਾ ਚੇਅਰਮੈਨ ਲੱਗਦਾ ਹੁੰਦਾ, ਦੋਨਾਂ ਸਟੇਟਾਂ ਦੇ ਇੱਕ ਮੈਂਬਰ ਲੈ ਜਾਂਦੇ ਨੇ। ਜਾਣੀ ਕੋਈ ਵੀ ਉੱਥੇ ਫੈਸਲਾ ਲੈਣਾ ਤਾਂ ਉਹ ਉੱਥੇ ਪੰਜਾਬ ਦੀ ਹੀ ਮੰਨੀ ਜਾਂਦੀ ਸੀਗੀ। ਹੁਣ ਜਾਣੀ ਇਹ ਦੋਨਾਂ ਸਟੇਟਾਂ ਦਾ ਜਿਹੜਾ ਉੱਥੋਂ ਕੰਟਰੋਲ ਹੈ ਕੇਂਦਰ ਸਰਕਾਰ ਨੇ ਚੱਕ ਲਿਆ, ਇੱਕ ਵਾਰ ਆਪਦੇ ਹੱਥ 'ਚ ਲੈ ਲਿਆ। ਉਦੋਂ ਬਾਅਦ ਹੋਰਨਾਂ ਸਟੇਟਾਂ ਤੋਂ ਮੈਂਬਰ ਲੈ ਕੇ, ਚੇਅਰਮੈਨ ਲੈ ਕੇ ਕੋਈ ਮਤਾ ਪਵਾ ਦੇਣਾ ਵੀ ਅਸੀਂ ਚਲਾ ਨਹੀਂ ਸਕਦੇ, ਇਹਦਾ ਪ੍ਰਾਈਵੇਟ ਕਰਨਾ। ਅਸਲ ਰੌਲਾ ਤਾਂ ਇਹ ਹੈ ਕਿ ਜਿਹੜਾ ਨਿੱਜੀਕਰਨ ਦਾ ਕਹਾੜਾ ਮੋਦੀ ਸਰਕਾਰ ਨੇ ਚੱਕਿਆ ਹੈ, ਉਹ ਚਾਹੇ ਹਵਾਈ ਅੱਡੇ ਹੋਣ, ਚਾਹੇ ਰੇਲਵੇ ਹੋਵੇ, ਬਿਜਲੀ ਪ੍ਰੋਜੈਕਟ ਹੋਣ, ਉਹਨਾਂ ਨੀਤੀਆਂ ਤਹਿਤ ਹੀ ਇਸ ਨੂੰ ਵੇਚਣਾ ਹੈ। ਔਰ ਇੱਥੇ ਸਸਤੀ ਬਿਜਲੀ ਪੈਦਾ ਹੁੰਦੀ ਹੈ, ਪ੍ਰਦੂਸ਼ਣ ਰਹਿਤ ਬਿਜਲੀ ਪੈਦਾ ਹੁੰਦੀ ਹੈ। ਔਰ ਜਦੋਂ ਇਹ ਬਿਜਲੀ ਪ੍ਰੋਜੈਕਟ ਕੰਪਨੀਆਂ ਦੇ ਹਵਾਲੇ ਹੋਊਗਾ, ਇਹਦੇ ਨਾਲ ਵੱਡਾ ਨੁਕਸਾਨ ਹੋਊਗਾ ਪੰਜਾਬ ਤੇ ਹਰਿਆਣੇ ਦੇ ਲੋਕਾਂ ਦਾ। ਸਾਡੀ ਮੰਗ ਹੈ ਕਿ ਜਿਹੜਾ ਪਹਿਲਾਂ ਵਾਲਾ ਫੈਸਲਾ ਪ੍ਰਬੰਧ ਸੀ ਉਹ ਬਹਾਲ ਕੀਤਾ ਜਾਵੇ, ਨਵਾਂ ਫੈਸਲਾ ਮੋਦੀ ਸਰਕਾਰ ਵਾਪਸ ਲਵੇ। ਅਸੀਂ ਇਸ ਮੰਗ ਸੰਬੰਧੀ ਅੱਜ ਸਾਡੇ ਦੇਸ਼ ਦੇ ਰਾਸ਼ਟਰਪਤੀ ਜੀ ਨੂੰ ਮੰਗ ਪੱਤਰ ਦੇ ਰਹੇ ਹਾਂ ਕਿ ਮੋਦੀ ਸਰਕਾਰ ਨੂੰ ਕਹੇ ਕਿ ਪਿਛਲਾ ਫੈਸਲਾ ਹੀ ਬਹਾਲ ਰੱਖਿਆ ਜਾਵੇ। ਜੇ ਜਾਂ ਸਰਕਾਰ ਇਸ ਪਾਸੇ ਤੁਰੂਗੀ, ਸੋਚੂਗੀ, ਤਾਂ ਅਸੀਂ ਲੰਬੇ ਸੰਘਰਸ਼ ਲਈ ਮਜਬੂਰ ਹੋਵਾਂਗੇ ਤੇ ਲੜਾਂਗੇ। ਭਾਰਤ ਸਰਕਾਰ ਨੇ ਭਾਵੇਂ ਯੂਕਰੇਨ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਜਹਾਜ਼ਾਂ ਦੀ ਗਿਣਤੀ ਵਧਾ ਦਿੱਤੀ, ਪਰ ਦੱਸ ਦਈਏ ਇਸ ਦੇ ਨਾਲ-ਨਾਲ ਜਿਹੜੇ ਵੀ ਬੱਚੇ ਭਾਰਤ ਵਾਪਸ ਪਹੁੰਚ ਰਹੇ ਨੇ ਉਹਨਾਂ ਨੂੰ ਯੂਕਰੇਨ ਤੋਂ ਵਾਪਸ ਆਉਣ ਲਈ ਆਪਣੀ ਜਾਨ ਜੋਖਮ ਵਿੱਚ ਪਾ ਕੇ ਭਾਰਤੀ ਜਹਾਜ਼ਾਂ ਤੱਕ ਪਹੁੰਚ ਕਰਨੀ ਪੈ ਰਹੀ ਹੈ। ਇਦਾਂ ਦੀ ਹੀ ਦਾਸਤਾਨ ਯੂਕਰੇਨ ਦੇ ਟਰਪੋਨਿਲ ਵਿੱਚ ਪੜ੍ਹਦੇ ਇੱਕ ਛਾਤਰ ਨੇ ਦੱਸੀ। ਉਸਨੇ ਦੱਸਿਆ ਕਿ ਉਹ ਡਾਕਟਰ ਬਣਨ ਦਾ ਸੁਪਨਾ ਲੈ ਕੇ ਯੂਕਰੇਨ ਆਇਆ ਤੇ ਉਸਨੇ ਯੂਕਰੇਨ ਦੇ ਟਰਪੋਨਿਲ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ MBBS ਵਿੱਚ ਦਾਖਲਾ ਲਿਆ ਕਿਉਂਕਿ ਭਾਰਤ ਦੀ ਪੜ੍ਹਾਈ ਮਹਿੰਗੀ ਸੀ। ਉਹਨਾਂ ਨੇ ਦੱਸਿਆ ਕਿ 24 ਫਰਵਰੀ ਨੂੰ ਯੁੱਧ ਸ਼ੁਰੂ ਹੋਣ ਤੋਂ ਉਹ ਲੋਕਲ ਏਜੰਟ ਦੀ ਮਦਦ ਨਾਲ ਬੱਸ ਰਾਹੀਂ ਰੋਮਾਨੀਆ ਦੇ ਸੀਰਤ ਬਾਰਡਰ ਤੇ ਪਹੁੰਚੇ, ਜਿੱਥੇ ਵਾਹਨਾਂ ਦੇ ਲੰਬੇ ਜਾਮ ਕਰਕੇ 15 ਕਿਲੋਮੀਟਰ ਪੈਦਲ ਚੱਲਣਾ ਪਿਆ।
ਕੁਲਜੀਤ ਨੇ ਦੱਸਿਆ ਕਿ ਬਾਰਡਰ ਸਿਰਫ 5 ਮਿੰਟ ਲਈ ਖੁੱਲਦਾ ਸੀ ਤੇ ਉੱਥੋਂ ਦੇ ਲੋਕਲ ਨਾਗਰਿਕ ਬਾਰਡਰ ਪਾਰ ਕਰਕੇ ਨਿਕਲ ਜਾਂਦੇ ਸੀ। ਬਹੁਤ ਮੁਸ਼ਕਲਾਂ ਬਾਅਦ ਉਹ 에ਅਰਪੋਰਟ ਪਹੁੰਚੇ ਤੇ ਘੰਟਿਆਂ ਦੇ ਠੰਡ 'ਚ ਇੰਤਜ਼ਾਰ ਤੋਂ ਬਾਅਦ ਉਹਨਾਂ ਨੂੰ ਭਾਰਤ ਦੇ ਜਹਾਜ਼ ਤੇ ਚੜ੍ਹਨ ਦਾ ਮੌਕਾ ਮਿਲਿਆ। ਮੈਂ ਦਿਵਿਆ ਬਹਾਲਾ, ਮੈਂ ਸਟੱਡੀ ਕਰਦੀ ਹਾਂ ਉੱਥੇ ਟਰਨਪਿਨ ਨੈਸ਼ਨਲ ਮੈਡੀਕਲ ਯੂਨੀਵਰਸਿਟੀ 'ਚ। ਆਈ ਐਮ ਇਨ 4th ਈਅਰ ਐਂਡ 24 ਦੀ ਡੇਟ ਨੂੰ ਮੇਰੀ ਆਲਰੇਡੀ ਸਕੈਡਿਊਲਡ ਫਲਾਈਟ ਸੀ 에ਅਰ ਇੰਡੀਆ ਆਉਣ ਲਈ, ਬਟ ਸਡਨਲੀ ਵਾਰ ਸਿਚੁਏਸ਼ਨ ਕ੍ਰੀਏਟ ਹੋ ਗਈ ਤੇ ਮੈਂ ਉੱਥੇ ਸਟਕ ਹੋ ਗਈ। ਉੱਥੇ ਹੁਣ ਸਟਕ ਹੋਣ ਤੋਂ ਬਾਅਦ ਸਾਡੇ ਕੋਲ ਸਿਰਫ ਐਮਬੈਸੀ ਦਾ ਹੀ ਹੋਪ ਸੀਗਾ, ਸੋ ਅਸੀਂ ਐਮਬੈਸੀ ਨੂੰ ਅਪਰੋਚ ਕਰਦੇ ਰਹੇ ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਆਪਣੇ ਐਮਬੈਸੀ ਆਫਿਸ ਤੱਕ ਤੁਸੀਂ ਜਿੱਦਾਂ ਮਰਜ਼ੀ ਅਰੇਂਜ ਕਰਕੇ ਆਓ, ਅੱਗੇ ਅਸੀਂ ਤੁਹਾਨੂੰ ਸ਼ੈਲਟਰ ਦਵਾਂਗੇ। ਫਿਰ ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਸਾਨੂੰ ਇੱਕ ਪ੍ਰਾਇਮਰੀ ਸਕੂਲ ਸੀ ਨੈਕਸਟ ਟੂ ਐਮਬੈਸੀ, ਉੱਥੇ ਸਾਨੂੰ ਉਹਨਾਂ ਨੇ ਸ਼ੈਲਟਰ ਦਿੱਤਾ। ਉੱਥੇ ਅਸੀਂ ਅਗਲੇ 4 ਦਿਨ ਗੁਜ਼ਾਰੇ। ਹਾਂਜੀ, ਡੈਫੀਨੇਟਲੀ ਫੂਡ ਕ੍ਰਾਈਸਿਸ ਸੀ, ਹਾਈਜੀਨ ਕ੍ਰਾਈਸਿਸ ਸੀ, ਹੋਰ ਵੀ ਬਹੁਤ ਸਾਰੇ ਇਸ਼ੂਜ਼ ਸੀਗੇ। ਬਾਹਰ ਕਰਫਿਊ ਲੱਗਿਆ ਹੋਇਆ ਸੀ, ਬਟ ਐਨੀ ਹਾਓ ਦਿਨ 'ਚ ਇੱਕ ਟਾਈਮ ਦਾ ਖਾਣਾ ਜਿੱਦਾਂ ਮਰਜ਼ੀ ਉਹਨਾਂ ਨੇ ਮੈਨੇਜ ਕਰਕੇ ਦਿੱਤਾ, ਜਾਂ ਕੁਝ ਵੀ ਥੋੜ੍ਹੀ ਬਹੁਤ ਨੈਸੈਸਰੀ ਚੀਜ਼ਾਂ ਸਾਨੂੰ ਪ੍ਰੋਵਾਈਡ ਕੀਤੀਆਂ। ਉਹਨਾਂ 4 ਦਿਨਾਂ ਦੇ ਵਿੱਚ ਅਸੀਂ ਇਹੀ ਉਮੀਦ ਕਰ ਰਹੇ ਸੀ ਕਿ ਗਵਰਨਮੈਂਟ ਸਾਨੂੰ ਕੋਈ ਨਾ ਕੋਈ ਜ਼ਰੀਆ ਇੱਥੋਂ ਲੱਭੇਗੀ, ਸਾਨੂੰ ਇੱਥੋਂ ਇਵੈਕੂਏਟ ਕਰਨ ਲਈ ਕੁਝ ਟਰਾਂਸਪੋਰਟੇਸ਼ਨ ਜਾਂ ਕੁਝ ਫਲਾਈਟਸ ਅਰੇਂਜ ਕਰੇਗੀ ਸਾਨੂੰ ਉੱਥੋਂ ਉਸ ਵਾਰ ਜ਼ੋਨ ਦੇ ਵਿੱਚੋਂ ਨਿਕਾਲਣ ਲਈ। ਬਟ ਐਨੀ ਹਾਓ ਉਹ ਕੋਈ ਇੱਦਾਂ ਦਾ ਸਾਨੂੰ ਰਿਸਪੌਂਸ ਨਹੀਂ ਮਿਲ ਪਾਇਆ ਅਤੇ ਉਹਨਾਂ ਦੀ ਇੱਕੋ ਹੀ ਉਹਨਾਂ ਦੀ ਐਡਵਾਈਸ ਸੀ, ਜਾਂ ਉਹਨਾਂ ਦੀ ਇੱਕੋ ਹੀ ਸਾਨੂੰ ਉਹਨਾਂ ਨੇ ਕੀਤਾ ਸੀ ਕਿ ਟਰਾਈ ਟੂ ਸੇਫ ਯੋਰ ਸੈਲਫ ਫਰਮ ਹੇਅਰ, ਇੱਥੋਂ ਨਿਕਲੋ, ਆਪਣੇ ਸੈਲਫ ਐਫਰਟਸ ਕਰੋ ਅਤੇ ਵੈਸਟ ਵੱਲ ਨੂੰ ਜਾਓ। ਅਸੀਂ ਤੁਹਾਡੇ ਲਈ ਹਜੇ ਕੋਈ ਟਰਾਂਸਪੋਰਟੇਸ਼ਨ ਉਸ ਕਰੰਟ ਸਿਚੁਏਸ਼ਨ 'ਚ, ਉਸ ਕਰੰਟ ਲੋਕੇਸ਼ਨ 'ਚ ਹਜੇ ਨਹੀਂ ਪ੍ਰੋਵਾਈਡ ਕਰ ਸਕਦੇ, ਸਾਡੇ ਕੋਲ ਮੀਡੀਅਮਸ ਨਹੀਂ ਹੈਗੇ, ਐਂਡ ਟਰਾਈ ਟੂ ਸੇਵ ਯੋਰ ਸੈਲਫ ਫਰਮ ਹੇਅਰ। ਫਿਰ ਉਸ ਚੀਜ਼ ਤੋਂ ਬਾਅਦ ਅਸੀਂ ਆਪਣੇ ਫੈਮਿਲੀ ਨਾਲ ਵੀ ਕੰਸਲਟ ਕੀਤਾ, ਘਰਦਿਆਂ ਦੇ ਵੀ ਸਪੋਰਟ ਤੋਂ ਬਾਅਦ, ਫੈਮਿਲੀ ਦੀ ਸਪੋਰਟ ਤੋਂ ਬਾਅਦ, ਉਹਨਾਂ ਦੇ ਗ੍ਰੀਨ ਸਿਗਨਲ ਮਿਲਣ ਤੋਂ ਬਾਅਦ ਅਸੀਂ ਉੱਥੋਂ ਇਵੈਕੂਏਸ਼ਨ ਟ੍ਰੇਨਸ 'ਚ ਕੈਚ ਕੀਤੀਆਂ ਐਂਡ ਉੱਥੋਂ ਅਸੀਂ ਸੇਫ ਏਰੀਆਜ਼ ਵੈਸਟ ਵੱਲ ਨੂੰ ਅਸੀਂ ਅਪਰੋਚ ਕੀਤਾ ਅਤੇ ਵੈਸਟ ਦੇ ਸਿਟੀਜ਼ 'ਚ ਆਏ। ਵੈਸਟ 'ਚ ਮੈਂ ਟਰਨੋਪਿਲ ਦੀ ਟ੍ਰੇਨ ਫੜੀ ਸੀ, ਮੈਂ ਟਰਨੋਪਿਲ ਆ ਕੇ ਸਟਾਪ ਲਿਆ। ਉੱਥੇ ਮੇਰੇ ਆਲਰੇਡੀ ਕੁਝ ਗਰੁੱਪਮੇਟ ਸੀ, ਦੇ ਵਰ ਆਲਰੇਡੀ ਪਲੈਨਿੰਗ ਟੂ ਗੋ ਟੂ ਸਲੋਵਾਕੀਅਨ ਬਾਰਡਰ। ਉਹਨਾਂ ਨਾਲ ਮੈਂ ਕੰਸਲਟ ਕੀਤਾ, ਡਿਸਕਸ ਕੀਤਾ ਪੂਰੀ ਸਿਚੁਏਸ਼ਨ ਨੂੰ, ਐਂਡ ਦੈਨ ਉਸ ਤੋਂ ਬਾਅਦ ਅਸੀਂ ਸਲੋਵਾਕੀਆ ਬਾਰਡਰ ਵੱਲ ਨੂੰ ਅਪਰੋਚ ਕੀਤਾ। ਖੁਦ ਟਰਾਂਸਪੋਰਟੇਸ਼ਨ ਮੈਨੇਜ ਕਰਕੇ ਅਸੀਂ ਗਏ ਹਾਂ। ਪਰ ਗੁੱਡ ਫੈਕਟ ਸਲੋਵਾਕੀਆ ਬਾਰਡਰ 'ਤੇ ਇੰਨਾ ਰਸ਼ ਨਹੀਂ ਸੀ ਹੈਗਾ, ਉੱਥੇ ਕਾਫੀ ਈਜ਼ੀ ਸਾਡੀ ਪ੍ਰੋਸੈਸਿੰਗ ਹੋ ਗਈ ਅਤੇ ਉੱਥੇ ਇੰਡੀਅਨ ਐਮਬੈਸੀ ਦੇ ਵੀ ਜਿਹੜੇ ਲੋਕ ਸੀ ਉੱਥੇ ਪ੍ਰੈਜ਼ੈਂਟ ਸੀ, ਉਹਨਾਂ ਦੇ ਆਪਣੇ ਕੈਂਪ ਸੀ ਜਿੱਥੇ ਉਹਨਾਂ ਨੇ ਸਾਨੂੰ ਇਕੱਠਿਆਂ ਕੀਤਾ ਐਂਡ ਦੈਨ ਉਹਨਾਂ ਨੇ ਬੱਸਿਸ ਅਰੇਂਜ ਕੀਤੀਆਂ, ਸਾਨੂੰ ਪ੍ਰੋਪਰ ਅਕੋਮੋਡੇਸ਼ਨ 'ਚ ਰੱਖਿਆ। ਅਤੇ ਬਸ ਉਸ ਤੋਂ ਬਾਅਦ ਮੇਰੇ ਪੇਰੈਂਟਸ ਕੌਂਸਟੈਂਟ ਕੰਟੈਕਟ ਸੀਗੇ ਇੰਡੀਅਨ ਗਵਰਨਮੈਂਟ ਅਫੀਸ਼ੀਅਲਸ ਦੇ ਨਾਲ, ਅਤੇ ਉਸ ਤੋਂ ਬਾਅਦ ਯੈਸ ਡੈਫੀਨੇਟਲੀ ਉਸ ਚੀਜ਼ ਦਾ ਬੈਨੀਫਿਟ ਹੋਇਆ ਅਤੇ ਨੈਕਸਟ ਪੋਸੀਬਲ ਫਲਾਈਟ 'ਚ ਮੇਰਾ ਨਾਮ ਸੀ ਅਤੇ ਮੈਂ ਉਹ ਕੈਚ ਕਰਕੇ ਫਿਰ ਘਰ ਆ ਗਈ। ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਜਿਹੜੇ ਬੱਚੇ ਕਹਿੰਦੇ ਕਿ ਇੰਡੀਅਨ ਐਮਬੈਸੀ ਨੇ ਪੂਰੀ ਤਰ੍ਹਾਂ ਮਦਦ ਨਹੀਂ ਕੀਤੀ ਹੈਗੀ ਜੀ, ਕਿਉਂਕਿ ਕ੍ਰਾਈਸਿਸ ਸਿਰਫ ਪੂਰੇ ਕੰਟਰੀ 'ਚ ਹੈ ਅਤੇ ਉਹਨਾਂ ਦੇ ਲੋਕਾਂ ਵਾਸਤੇ ਵੀ ਨਹੀਂ, ਹਰ ਕਿਸੇ ਵਾਸਤੇ ਉਹ ਸਟਰਗਲਿੰਗ ਸਿਚੁਏਸ਼ਨ ਹੈ। ਮੇ ਬੀ ਉਸ ਸਿਚੁਏਸ਼ਨ ਕਰਕੇ ਜੋ ਐਕਚੁਅਲ ਵਾਰ ਜ਼ੋਨ ਹੈ ਉੱਥੇ ਸਾਨੂੰ ਕੋਈ ਟਰਾਂਸਪੋਰਟੇਸ਼ਨ ਜਾਂ ਕੋਈ ਹੈਲਪ ਨਹੀਂ ਪ੍ਰੋਵਾਈਡ ਕੀਤੀ ਗਈ, ਆਈ ਐਗਰੀ, ਬਟ ਜੋ ਵੀ ਉਹਨਾਂ ਕੋਲ ਹੋ ਸਕਦਾ ਹੈ ਬਾਰਡਰ ਏਰੀਆਜ਼ 'ਤੇ ਪੂਰੀ ਇਵੈਕੂਏਸ਼ਨ ਫਲਾਈਟਸ ਉਹ ਅਰੇਂਜ ਕਰ ਰਹੇ ਨੇ, ਜਾਂ ਕੁਝ ਵੀ ਜੋ ਪੋਸੀਬਲ ਐਫਰਟਸ ਨੇ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜੇ ਬੱਚੇ ਜੀ ਸਟਕ ਹੈਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਟਰਾਈ ਟੂ ਸਟੇ ਇਨ ਕੌਂਸਟੈਂਟ ਕੰਟੈਕਟ ਵਿਦ ਇੰਡੀਅਨ ਗਵਰਨਮੈਂਟ ਐਂਡ ਇੰਡੀਅਨ ਐਮਬੈਸੀ ਪੀਪਲ, ਅਤੇ ਆਪਣਾ ਮੋਰਲ ਹਾਈ ਰੱਖੋ, ਆਪਣੇ ਪੇਰੈਂਟਸ ਦੇ ਨਾਲ ਕੌਂਸਟੈਂਟ ਕੰਟੈਕਟ 'ਚ ਰਹੋ, ਆਪਣੇ ਵਿਲ ਪਾਵਰ ਨੂੰ ਸਟਰੋਂਗ ਰੱਖੋ, ਅਤੇ ਯੈਸ ਡੈਫੀਨੇਟਲੀ ਯੂ ਵਿਲ ਸੇਵ ਯੋਰ ਸੈਲਫ ਫਰਮ ਦੇਅਰ। ਥੈਂਕ ਯੂ। ਪੜ੍ਹਾਈ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੇ ਪੜ੍ਹਾਈ ਨਾ ਖਰਾਬ ਹੋਈ ਹੈ? ਪੜ੍ਹਾਈ ਬਹੁਤ ਵੱਡਾ ਇਸ਼ੂ ਹੈ ਸਾਨੂੰ ਖੁਦ। ਆਈ ਐਮ ਵੈਰੀ ਸਟ੍ਰੈਸਫੁਲ ਕਿ ਮੇਰਾ ਅੱਗਿਓਂ ਕਰੀਅਰ ਕਿੱਦਾਂ ਕੰਟੀਨਿਊ ਹੋਊਗਾ, ਬਟ ਲੈਟਸ ਸੀ, ਵੇਟ ਐਂਡ ਵਾਚ ਕਿ ਅਗਲੇ 15 ਦਿਨਾਂ 'ਚ ਕੀ ਹੁੰਦਾ ਹੈ। ਮੇ ਬੀ ਆਰ ਗਵਰਨਮੈਂਟਸ ਵਿਲ ਕਮ ਅਪ ਵਿਦ ਦ ਬੈਸਟ ਸੋਲਿਊਸ਼ਨਸ। ਲੱਗਦਾ ਪੰਜਾਬ ਸਰਕਾਰ ਨੂੰ ਵੀ ਇੱਥੇ ਪੜ੍ਹਾਈ। ਦੋਸਤੋ, ਇਸ ਨਾਲ ਦੀਆਂ ਖਾਸ ਖਬਰਾਂ, ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ, ਰੱਬ ਰਾਖਾ।